ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਅੱਜ ਜਿਸ ਕਹਾਣੀ ਦਾ ਜ਼ਿਕਰ ਤੁਹਾਡੇ ਅੱਗੇ ਕਰਾਂਗੇ, ਕਹਾਣੀ ਮੈਂ ਇਸ ਲਈ ਕਹਿਣਾ ਕਿਉਂਕਿ ਜਿਸ ਸ਼ਖਸ ਦੇ ਨਾਲ ਅਸੀਂ ਗੱਲਬਾਤ ਕਰਨੀ ਆ ਉਹਦੀ ਜਿਹੜੀ ਇੱਕ ਪੂਰਾ ਇਤਿਹਾਸ ਤੁਸੀਂ ਦੇਖੋ ਤਾਂ ਉਹਦੇ ਵਿੱਚ ਕਈ ਉਤਾਰ ਚੜ੍ਹਾਅ ਨੇ। ਉਤਾਰ ਚੜ੍ਹਾਅ ਵੀ ਛੋਟੇ ਮੋਟੇ ਨਹੀਂ, ਬਹੁਤ ਵੱਡੇ। ਕਿਸੇ ਸਮੇਂ ਉਹਨੂੰ ਡਾਕੂ ਦਾ ਖਿਤਾਬ ਦਿੱਤਾ ਗਿਆ, ਕਿਸੇ ਸਮੇਂ ਉਹਨਾਂ ਨੂੰ ਲੋਕਾਂ ਦਾ ਪੁੱਤ ਵੀ ਕਿਹਾ ਗਿਆ। ਇਹ ਪੂਰੀ ਜ਼ਿੰਦਗੀ ਸੰਘਰਸ਼ ਭਰੀ ਉਹਨਾਂ ਦੀ ਰਹੀ ਤੇ ਇਸੇ ਦੇ ਦੌਰਾਨ ਜੇ ਤੁਸੀਂ ਕਹੋ ਤਾਂ ਜਦੋਂ ਖਾੜਕੂਵਾਦ ਦਾ ਸਮਾਂ ਸੀ ਉਸ ਸਮੇਂ ਦੇ ਦੌਰਾਨ ਵੀ ਉਹ ਆਪਦੀ ਚੀਜ਼ਾਂ ਨੂੰ ਯਾਨੀ ਕਿ ਆਪਦੇ ਜੋ ਕਰਤੱਵ ਸਮਝਦੇ ਸੀ ਉਹ ਤੋਂ ਪਿੱਛੇ ਨਹੀਂ ਹਟੇ। ਸੁਖਪਾਲ ਬਰਾੜ ਹੋਰਾਂ ਨਾਲ ਗੱਲ ਕਰਾਂਗੇ ਕਿ ਆਖਰਕਾਰ ਇਹ ਇੰਨਾ ਲੰਬਾ ਸਮਾਂ ਉਹਨਾਂ ਨੇ ਕੱਢਿਆ, ਉਹਦੇ ਵਿੱਚ ਜੇ ਕਹੀਏ ਵਿਲਨ ਤੋਂ ਹੀਰੋ ਤੱਕ, ਹੀਰੋ ਤੋਂ ਵਿਲਨ ਤੱਕ ਦੀਆਂ ਕਹਾਣੀਆਂ ਕਈ ਆਉਂਦੀਆਂ ਰਹੀਆਂ ਤਾਂ ਆਖਰਕਾਰ ਅੱਜ ਉਹ ਕਿਸ ਤਰ੍ਹਾਂ ਦੇ ਨਾਲ ਇਹ ਪੂਰੇ ਸਫ਼ਰ ਨੂੰ ਦੇਖਦੇ ਨੇ। ਸਤਿ ਸ਼੍ਰੀ ਅਕਾਲ ਸੁਖਪਾਲ ਜੀ। ਸਤਿ ਸ਼੍ਰੀ ਅਕਾਲ। ਸੁਖਪਾਲ ਜੀ, ਦੇਖਿਆ ਜਾਵੇ ਤੁਹਾਡੀ ਬਾਰੇ ਜਦੋਂ ਸੁਣਦੇ ਆ ਜਾਂ ਜਿਵੇਂ ਤੁਸੀਂ ਦੱਸਦੇ ਹੋ, ਸ਼ੁਰੂਆਤ ਜੇ ਕਹੀਏ ਕਿ ਸੁਖਪਾਲ ਬਰਾੜ ਨੂੰ ਕੋਈ ਸਮਾਂ ਸੀ ਡਾਕੂ ਕਹਿਣ ਲੱਗੇ ਸੀ ਲੋਕ। ਹਾਂਜੀ ਬਿਲਕੁਲ, ਮਤਲਬ ਵਕਤ ਤਾਂ ਜਿਹਨੇ ਆ ਕਹਿ ਸਕਦੇ ਤਕਾਜ਼ਾ ਕਹਿ ਦਈਏ ਅਤੇ ਜਿਹੜੀ ਮੇਰੀ ਸ਼ੁਰੂਆਤ ਹੋਈ ਹੈ, ਕਦੇ ਇਹ ਵੀ ਕਿਹਾ ਲੋਕਾਂ ਦਾ ਪੁੱਤ ਹੈ। ਸੁਖਪਾਲ ਬਰਾੜ ਜਾਣੀ ਕਿ ਕਿਸੇ ਵੀ ਪਰਿਵਾਰ ਦੇ ਵਿੱਚ ਆ ਕੇ ਰਹਿ ਸਕਦਾ ਸੀਗਾ। ਔਰ ਮੈਨੂੰ ਫਖਰ ਆ ਕਿ ਮੈਂ ਬਾਘੇ ਪੁਰਾਣੇ ਜਦੋਂ ਮੈਂ ਸਿਆਸੀ ਸ਼ੁਰੂਆਤ ਕੀਤੀ, ਇੱਕ ਸਫਾਈ ਮਜ਼ਦੂਰ ਦੇ ਥੱਪੜ ਮਾਰਿਆ ਕਿਸੇ ਅਮੀਰ ਬੰਦੇ ਨੇ। ਜਦੋਂ ਸ਼ੁਰੂਆਤ ਕਰੀ ਤੁਸੀਂ? ਹਾਂਜੀ ਹਾਂਜੀ, ਪਹਿਲੀ ਸ਼ੁਰੂਆਤ ਹੋਈ ਅਤੇ ਮੈਂ ਟਰੇਡ ਯੂਨੀਅਨ ਆਗੂ ਸੀਗਾ। ਅਸੀਂ ਉਹ ਇਹ ਕਿਹਾ ਵੀ ਬਹੁਤ ਅਖਲਾਕੀ ਤੌਰ 'ਤੇ ਇਹ ਬਹੁਤ ਨਿੰਦਣਯੋਗ ਗੱਲ ਹੈ। ਔਰ ਉਹ ਭਜਨ ਬਰਾੜ ਸੀ ਜਿਹੜੇ ਬਹੁਤ ਅਮੀਰ ਬੰਦੇ ਨੇ, ਵੱਡੇ ਆਗੂ ਸੀਗੇ ਉਸ ਇਲਾਕੇ ਦੇ, ਉਹਨਾਂ ਨੂੰ ਚੌਂਕ ਠੱਲ ਕੇ ਮਾਫੀ ਮੰਗਣੀ ਪਈ। ਸਿੱਟੇ ਵਜੋਂ ਦਾ ਉਹਨਾਂ ਦਾ ਯਾਨੀ ਕਿ ਥੋੜ੍ਹੇ ਚਿਰ ਬਾਅਦ ਦੇਹਾਂਤ ਵੀ ਹੋ ਗਿਆ। ਬੇਇੱਜ਼ਤੀ ਮਹਿਸੂਸ ਨਹੀਂ ਕਰ ਸਕਦੇ ਕਿ ਸਫਾਈ ਮਜ਼ਦੂਰ ਦੇ ਮਤਲਬ ਥੱਪੜ ਮਾਰਿਆ ਅਤੇ ਉਹਦੀ ਮਾਫੀ ਚੁੱਕਣਾ ਪਏ, ਭਜਨ ਬਰਾੜ ਨੂੰ ਚੁੱਕਣਾ ਪਵੇ। ਔਰ ਉਹਦਾ ਜਿਹੜਾ ਮੈਨੂੰ ਕ੍ਰੈਡਿਟ ਮਿਲਿਆ, ਉਹਨਾਂ ਦਾ ਰੁਤਬਾ ਕੀ ਸੀ ਜਦੋਂ? ਉਹ ਮਤਲਬ ਬਹੁਤ ਅਮੀਰ ਫੈਮਿਲੀ ਸੀਗੀ ਭਜਨ ਬਰਾੜ, ਜਾਣੀ ਕਿ ਔਰ ਮੇਰੇ ਕੋਲ ਸੈਂਟਰਲ ਲੈਵਲ 'ਤੇ ਕਾਂਗਰਸ ਦੇ ਵੀ ਸ਼ਾਇਦ ਆਗੂ ਸੀਗੇ। ਅਤੇ ਉਹਦੇ ਸਿੱਟੇ ਵਜੋਂ ਮੈਨੂੰ ਇੰਨਾ ਕੁ ਪਿਆਰ ਮਿਲਿਆ, ਜਿਹੜੇ 60 ਸਿਪਾਹੀ ਮਜ਼ਦੂਰ ਔਰਤਾਂ ਸੀਗੀਆਂ ਮੇਰੇ ਰੱਖੜੀ ਬੰਨ੍ਹਦੀਆਂ ਸੀਗੀਆਂ। ਔਰ ਮੈਂ ਬਰਾੜ ਪਲਾਟ 'ਚ ਹੁੰਦੇ ਕਿਸਾਨਪੁਰ 'ਚ ਜਾਤ ਪਾਤ ਦਾ ਭੇਦਭਾਵ ਦੇ ਮਨ 'ਚ ਮਿਟਾਤਾ ਸੀਗਾ, ਪਰ ਮੈਂ ਉਹਨਾਂ ਦੇ ਨਾਲ ਹੀ ਖਾਂਦਾ ਪੀਂਦਾ ਸੀਗਾ। ਔਰ ਉਸ ਮੌਕੇ ਕੱਤਵ ਦਾ ਦੌਰ ਸੀਗਾ, ਮੇਰੇ ਚਿਹਰਾ ਨਹੀਂ ਸੀਗਾ, ਮੈਂ ਕਲੀਨ ਸ਼ੇਵ ਸੀ ਜਾਣੀ ਕਿ। ਅਤੇ ਉਦੋਂ ਹਰ ਇੱਕ ਬੰਦਾ ਸੋਚਦਾ ਸੀ ਵੀ ਮੈਂ ਆਪਦਾ ਕਿਵੇਂ ਵੀ ਬਚਾਅ ਕਰਾਂ, ਪਰ ਮੈਂ ਉਹਦੇ ਟਕਰਾਅ 'ਚ ਸੀ ਜਾਣੀ ਕਿ। ਅਤੇ ਉਦੋਂ ਵੀ ਅਸੀਂ ਜਾਣੀ ਕਿ ਇਸ ਗੱਲ ਦੇ ਖਿਲਾਫ ਹੀ ਲੜਦੇ ਰਹੇ, ਅੱਤਵਾਦ ਦੇ ਖਿਲਾਫ ਹੀ ਲੜਦੇ ਰਹੇ। ਅਤੇ ਜਿਹੜਾ ਉਹ ਸਫਾਈ ਮਜ਼ਦੂਰਾਂ ਵਾਲਾ ਮਸਲਾ ਸੀਗਾ, ਉਹ ਹੱਲ ਹੋਣ ਤੋਂ ਬਾਅਦ ਇੱਕ ਮਸਲਾ ਹੋਰ ਉੱਥੇ ਸੰਘਰਸ਼ ਦੇ ਵਿੱਚ ਆਇਆ ਬਾਘੇ ਪੁਰਾਣੇ ਦੇ ਵਿੱਚ। ਉਹ ਕੀ ਇੱਕ ਸਰਬਜੀਤ ਕੌਰ ਕੁੜੀ ਸੀਗੀ, ਨਾਬਾਲਗ ਕੁੜੀ ਸੀਗੀ, ਉਹਨੂੰ ਅਗਵਾ ਕਰ ਲਿਆ ਗਿਆ ਚਾਰ, ਜਾਣੀ ਕਿ ਉਹਨਾਂ ਬਰਾੜ ਪਲਾਟ ਦਾ ਇੱਕ ਬੰਦਾ ਸੀਗਾ, ਉਹਦਾ ਛੋਟਾ ਭਾਈ ਸੀਗਾ ਭਜਨ ਬਰਾੜ ਦਾ, ਇੱਕ ਜੋਰਾ ਸਿੰਘ ਬਰਾੜ ਸੀ ਪਿੰਡ ਵਾਲੇ ਦਾ ਬਾਡੀਗਾਰਡ ਸੀਗਾ, ਅਤੇ 2 ਜਣੇ ਹੋਰ ਸੀ ਜਾਣੀ ਕਿ ਪਰਸਨ। ਉਹਨਾਂ ਚਾਰਾਂ ਨੇ 29 ਦਿਨ ਨੂੰ ਅਗਵਾ ਰੱਖਿਆ, ਆਪਦੇ ਕੈਦ 'ਚ ਰੱਖਿਆ। ਉਹਦੇ ਖਿਲਾਫ ਸੰਘਰਸ਼ ਚੱਲਿਆ ਜਾਣੀ ਕਿ। ਉਹਦੇ ਵਿੱਚ ਉਸ ਸੰਘਰਸ਼ ਦੇ ਵਿੱਚ ਜਿਹੜੀ ਮੈਂ ਉਹ ਜਿਹੜੀ ਕਮੇਟੀ ਸੀ ਉਹਦਾ ਕਨਵੀਨਰ ਸੀਗਾ। ਔਰ 29 ਦਿਨ ਸੰਘਰਸ਼ ਦੇ ਵਿੱਚ ਅਖੀਰਲੇ ਦਿਨ ਇੱਕ ਵੱਡੀ ਫਾਇਰਿੰਗ ਹੋਈ, ਜਾਣੀ ਕਿ ਅੱਧਾ ਘੰਟਾ ਪੁਲਿਸ ਦੀ ਫਾਇਰਿੰਗ ਹੋਈ। ਔਰ ਜਲਿਆਂਵਾਲਾ ਕਾਂਡ 'ਚ ਹੋਈ ਸੀ ਜਾਂ ਮੁਕਤਸਰ ਉੱਥੇ ਬਾਘੇ ਪੁਰਾਣੇ 'ਚ ਹੋਈ ਸੀਗੀ। ਪਰ ਆਪਾਂ ਅੱਜ ਦੇਖਦੇ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ, ਅੱਜ ਤੱਕ ਕਿਸੇ ਨੇ ਪੜਤਾਲ ਦੀ ਮੰਗ ਨਹੀਂ ਕੀਤੀ। ਔਰ ਸਿੱਟੇ ਵਜੋਂ ਮੇਰੇ ਹੱਡੀ ਟੁੱਟੀ ਸੀ ਇੱਕ ਉਸ ਜਿਹੜਾ ਉਦੋਂ ਕੋਈ ਉੱਥੇ ਝਗੜਾ ਹੋਇਆ, ਪੁਲਿਸ ਨੇ ਜਿਹਨੇ ਲੋਕਾਂ ਦੇ ਲੜ ਕੀਤਾ ਸੀ, ਬੁਲਟ ਪ੍ਰੂਫ ਟਰੈਕਟਰ ਚੜ੍ਹਿਆ ਗਿਆ ਸੀਗਾ, ਲੋਕਾਂ ਨੇ ਥਾਣੇ ਦਾ ਘਿਰਾਓ ਕੀਤਾ ਸੀਗਾ। 1 ਘੰਟਾ ਜਿਹਨੇ ਸਨਾਟਾ ਛਾ ਗਿਆ ਸੀਗਾ। ਉਸ ਤੋਂ ਬਾਅਦ ਫਿਰ ਲੋਕ ਇਕੱਠੇ ਹੋਏ, ਮੈਨੂੰ ਥਾਣੇ 'ਚ ਚੁੱਕ ਕੇ ਲੈ ਗਏ ਹਸਪਤਾਲ 'ਚ। ਅਤੇ ਉਸ ਤੋਂ ਬਾਅਦ ਜਿਹਨੇ ਇੰਨਾ ਕੁ ਲੋਕਾਂ 'ਚ ਪਾਪੂਲਰ ਹੋ ਗਿਆ ਸੀਗਾ, ਜਿਹੜਾ ਮੈਨੂੰ ਬਹੁਤ ਸਾਰੀਆਂ ਜਿੱਥੇ ਪਾਰਟੀਆਂ ਨੇ ਕਿਹਾ ਵੀ MLA ਲੜੋ ਜਾਂ ਇਲੈਕਸ਼ਨ ਲੜਨਾ ਚਾਹੀਦੇ ਸਾਨੂੰ। ਇੱਕ ਪਪੂਲਰ ਨਾਮ ਸੀ ਸੁਖਪਾਲ ਬਰਾੜ, ਜਾਣੀ ਕਿ ਐਂ ਕਹਿ ਲਓ ਉਸ ਸਮੇਂ ਦਾ ਮੈਂ ਕੇਜਰੀਵਾਲ ਬਣ ਗਿਆ ਸੀਗਾ। ਜੋਨ ਜੈਕੋ ਸੈਂਟਰ ਦੇ ਮਿਨਿਸਟਰ, ਬੂਟਾ ਸਿੰਘ ਗ੍ਰਹਿ ਮੰਤਰੀ, ਉਹਨਾਂ ਦੀ ਮੈਨੂੰ ਚਿੱਠੀਆਂ ਆਈਆਂ ਵੀ ਮਿਲੋ, ਆਓ ਆਪਾਂ ਕਰਦੇ ਹਾਂ। ਬਹੁਤ ਸਾਰੀਆਂ ਪਾਰਟੀਆਂ ਨੇ ਕਿਹਾ ਵੀ MLA ਬਣੋ, ਮੈਂ ਕਿਹਾ ਨਹੀਂ, ਮੈਂ ਤਾਂ ਭਗਤ ਸਿੰਘ ਬਣਨਾ, ਸ਼ਹੀਦੀ ਪਾਉਣੀ, MLA ਤਾਂ ਚੋਰ ਹੁੰਦੇ ਨੇ, ਮੇਰੇ ਇਹ ਨਜ਼ਰੇ ਸੀਗੇ। ਅਤੇ ਉਸ ਤੋਂ ਬਾਅਦ ਚੱਲਦਾ ਜਾਣੀ ਕਿ ਵੀ ਉਸ ਸੰਘਰਸ਼ ਦੇ ਸਿੱਟੇ ਵਜੋਂ ਹੀ ਆਗੂ ਜੋ ਸਥਾਪਿਤ ਹੋ ਗਿਆ ਅਤੇ ਸਮੱਸਿਆ ਵੀ ਆਉਣੀ ਸ਼ੁਰੂ ਹੋਈ, ਜਾਣੀ ਕਿ ਕਾਫੀ ਸਮੱਸਿਆ ਤੁਹਾਨੂੰ ਆਉਣੀਆਂ ਖੜੀਆਂ। ਹਾਂ, ਪਰੇਸ਼ਾਨੀਆਂ ਵੀ ਖੜੀਆਂ ਹੋਈਆਂ। ਅਤੇ ਇੱਕ ਜਿਹੜੀ ਮੇਰੀ ਬਿਜਲੀ ਮੁਲਾਜ਼ਮ ਦੇ ਤੌਰ 'ਤੇ ਮੇਰੀ ਇਲੈਕਸ਼ਨ ਡਿਊਟੀ ਲੱਗੀ ਪੰਚਾਇਤ ਇਲੈਕਸ਼ਨ ਦੇ ਵਿੱਚ ਸੀਗਾ। ਮੈਨੂੰ ਜਾਣੀ ਕਿ ਅਚਾਨਕ ਪੁਲਿਸ ਦੇ ਇੱਕ ਗੈਂਗ ਹੀ ਕਹੂੰਗਾ ਮੈਂ, ਜਾਣੀ ਕਿ ਡਿਊਟੀ ਤੋਂ ਪਰਤਦੇ ਨੂੰ ਚੱਕ ਲਿਆ, ਸ਼ਿੱਦਤ ਕੀਤਾ, ਘੋਟੇ ਲੱਗੇ, ਕਰੰਟ ਲੱਗੇ। ਕਾਰਨ ਕੋਈ ਨਹੀਂ, ਵਜ੍ਹਾ ਇਹੀ ਸੀ ਵੀ ਮੈਂ ਜਗੀਰਦਾਰ ਨਾਲ ਟੱਕਰ ਲੈਂਦਾ ਸੀਗਾ, ਜ਼ੁਲਮ ਦੇ ਖਿਲਾਫ ਲੜਦਾ ਸੀਗਾ। ਔਰ ਬਿਨਾਂ ਕਿਸੇ ਵਜ੍ਹਾ ਕੋਟਪੁਰੇ ਥਾਣੇ ਦੇ ਵਿੱਚ ਮੈਨੂੰ ਜਾਣੀ ਕਿ ਇੰਨਾ ਬੇਤਹਾਸ਼ਤ ਸਿੱਧ ਕੀਤਾ ਗਿਆ। ਉਹਦੇ ਸਿੱਟੇ ਵਜੋਂ ਸਾਡੇ ਬਿਜਲੀ ਬੋਰਡ ਦੇ 4 ਸਰਕਲ ਬੰਦ ਹੋ ਗਏ ਸੀਗੇ। ਕਿਸੇ ਨੇ ਉਸ ਟਾਈਮ ਲੰਚ ਨਹੀਂ ਕੀਤਾ ਜਦੋਂ ਮੇਰੀ ਖਬਰ ਪਹੁੰਚੀ। ਔਰ ਇੰਨਾ ਕੁ ਪਿਆਰ ਕੀਤਾ ਲੋਕਾਂ ਨੇ, ਇੰਨੀ ਕੁ ਹਮਦਰਦੀ ਕੀਤੀ। ਉਹ ਜਿਹੜਾ SI ਅਮਰਜੀਤ ਸਿੰਘ ਸੀਗਾ ਉਹ 'ਤੇ ਪਰਚਾ ਕੱਟਿਆ ਗਿਆ। ਲੋਕ ਕਹਿੰਦੇ ਨਹੀਂ, ਪਰਚਾ ਕੱਟਣ ਨੇ DSP ਮਾਫੀ ਮੰਗੀ, ਥਾਣੇ ਦਾ ਘਿਰਾਓ ਰੱਖਿਆ, ਕਾਫੀ ਬਹੁਤ ਵੱਡੀ ਪੱਧਰ 'ਤੇ ਹੋਇਆ। ਔਰ ਉਸ ਕਿਆ ਕਹਿ ਸਕਦਾ ਵੀ ਮੈਂ ਪੰਜਾਬ ਦਾ ਜਾਣੀ ਕਿ ਹੀਰੋ ਸੀਗਾ, ਜਾਣੀ ਕਿ ਲੋਕਾਂ ਦਾ ਪੁੱਤ ਸੀਗਾ। ਚੱਲਦੇ ਜਾਣੀ ਕਿ ਉਸ ਤੋਂ ਬਾਅਦ ਮੇਰੀ ਥੋੜ੍ਹੀ ਇੱਥੋਂ ਬਦਲੀ ਹੋ ਗਈ, ਜਾਣੀ ਕਿ ਚਲਾ ਗਿਆ ਮੁਕਤਸਰ। ਅਤੇ ਕੁਛ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ, ਉੱਥੇ ਵੀ ਮੈਂ ਇਹ ਸੰਘਰਸ਼ ਜਾਰੀ ਰੱਖਿਆ। ਉੱਥੇ ਜੋਗਾ ਸਿੰਘ ਆਨੰਦਗੜ੍ਹ ਇੱਕ ਕਤਲਕਾਂਡ ਹੋਇਆ ਸੀਗਾ ਮਜ਼ਦੂਰ ਦਾ, 2004 ਦੀ ਗੱਲ ਹੈ। ਜਾਣੀ
2004 ਦੇ ਵਿੱਚ ਕੀ ਹੋਇਆ ਵੀ ਇੱਕ ਜੋਗਾ ਸਿੰਘ ਨੂੰ ਬਰਾੜ ਪਰੌਰੀ ਉਹ ਸੀਗਾ, ਯਾਨੀ ਬਰਾੜ ਆਮ ਤੌਰ ਤੇ ਬਰਾੜਾਂ ਨਾਲ ਹੀ ਜੇ ਕਹੀਏ ਕਿ ਟੱਕਰ ਲੱਗਦੀ ਰਹੀ ਆਪ ਬਰਾੜ ਹੋ ਕੇ। ਬਰਾੜ ਨਾਲ ਹੀ ਬਰਾੜ ਨੂੰ ਟੱਕਰ ਲੱਗਦੀ ਰਹੀ ਸੀਗੇ। ਤੇ ਉਹ ਮੱਖਣ ਸਿੰਘ ਬਰਾੜ ਸੀ ਲੈਂਡਮਾਰਕ ਦੇ ਚੇਅਰਮੈਨ, ਉਹਨਾਂ ਦਾ ਮੁੰਡਾ ਕਾਲਜ 'ਚ ਪੜ੍ਹਦਾ ਸੀਗਾ। 2000 ਦਾ ਰੌਲਾ ਸਿਰਫ 2004 ਦੀ ਘਟਨਾ ਹੈ। ਤੇ ਮਜ਼ਦੂਰ ਨੂੰ 2000 ਦੇ ਰੌਲੇ ਪਿੱਛੇ ਗਏ, ਖੇਤ ਕੁੱਟਿਆ, ਫਿਰ ਘਰੇ ਕੁੱਟਣ ਵਾਸਤੇ ਆ ਗਏ ਉਹਨੂੰ, ਮੁੰਡੇ ਕਾਲਜ 'ਚ ਇਕੱਠੇ ਹੋ ਕੇ। ਉਹ ਜਿਹੜਾ ਮਜ਼ਦੂਰ ਸੀ ਅਣਖੀ ਤੇ ਵਰਸ਼ਾ ਪਿਆ ਸੀ, ਉਹਦੇ ਫਾਦਰ ਨਿਹੰਗ ਸਿੰਘ ਸੀਗੇ, ਉਹ ਵਰਸ਼ਾ ਮਾਰੇ ਤੇ ਮੁੰਡੇ ਦੀ ਮੌਤ ਹੋ ਗਈ। ਬਾਅਦ 'ਚ ਕੀ ਕੀਤਾ ਵੀ 40-45 ਬੰਦੇ ਇਕੱਠੇ ਹੋ ਕੇ ਪਿੰਡ ਦੇ ਰਫਲਾਂ ਲੈ ਕੇ ਉਹ ਜੋਗਾ ਸਿੰਘ ਦਾ ਸ਼ਿਕਾਰ ਖੇਡਿਆ ਗਿਆ। ਛਲਣੀ ਕੀਤਾ ਗਿਆ, 40 ਫੇਰ ਸੀ ਉਹਦੇ ਪਿੰਡ ਵਿੱਚ। ਇਹ ਬਹੁਤ ਵੱਡੀ ਪੱਧਰ ਤੇ ਨਹੀਂ ਸਾਨੂੰ ਦੱਸਿਆ ਵੀ ਕਿਸੇ ਬੰਦੇ ਨੂੰ ਉਹਦਾ ਭੋਗ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਰਫਲਾਂ ਲੈ ਕੇ। ਵੀ ਸੰਸਕਾਰ ਦੇ ਵਿੱਚ ਜਿਹੜਾ ਬਜ਼ੁਰਗ ਸੀ ਉਹਦੇ ਹੱਥ ਲੱਗੇ ਸੀ, ਪੁਲਿਸ ਵਾਲੇ ਜਿਹਨੀ ਈਵਨ ਪੁਲਿਸ ਵੀ ਉਹਨਾਂ ਦੇ ਨਾਲ ਰਲ ਕੇ ਚੱਲਦੀ ਸੀਗੀ, ਤਕੜੇ ਸੀ ਬੰਦੇ। ਉਹਨੂੰ ਬੇਇੱਜ਼ਤ ਕਰਦੇ ਰਹੇ, ਜਲੀਲ ਕਰਦੇ ਰਹੇ, ਬੰਨ੍ਹ ਕੇ ਕੁੱਟਦੇ ਰਹੇ, ਯਾਨੀ ਕਿ 4 ਸਾਲ ਦੇ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਸਾਰੀ ਪ੍ਰੈਸ 'ਚ ਆਈ ਹੋਈ ਸਟੋਰੀ। ਉੱਥੇ ਜਾ ਕੇ ਮੈਨੂੰ ਜਦੋਂ ਸਟੋਰੀ ਪਤਾ ਲੱਗੀ ਵੀ ਮੈਂ ਕਿਹਾ ਵੀ ਬਹੁਤ ਮਾੜੀ ਗੱਲ ਹੋਈ, ਬਹੁਤ ਜ਼ੁਲਮ ਹੋਇਆ। ਬਿਹਾਰ 'ਚ ਐਂ ਹੁੰਦਾ, ਪੰਜਾਬ 'ਚ ਕਦੇ ਨਹੀਂ ਹੋਇਆ ਸੀਗਾ। ਉੱਥੇ ਅਸੀਂ ਗਏ, ਜਥੇਬੰਦੀਆਂ ਇਕੱਠੀਆਂ ਕੀਤੀਆਂ, ਟਰੱਕ ਭਰ ਕੇ ਗਏ। ਅਸੀਂ ਕਿਹਾ ਭੋਗ ਵੀ ਪਾਵਾਂਗੇ ਤੇ ਅਸੀਂ ਦੇ ਪਰਿਵਾਰ ਨੂੰ ਇੱਥੇ ਰੱਖਾਂਗੇ। ਉਹ ਕਹਿੰਦੇ ਅਸੀਂ ਗੋਲੀ ਚਲਾ ਦਾਂਗੇ। ਮੈਂ ਚਲਾਓ, ਮਰਨ ਆਏ ਅਸੀਂ। ਅਖੀਰ ਤੇ ਜਾਨੀ ਬਹੁਤ ਸੰਘਰਸ਼ ਚੱਲਿਆ ਉੱਥੇ, ਜਥੇਬੰਦੀਆਂ ਨੇ ਪ੍ਰਚਾਰ ਕੀਤਾ, ਪ੍ਰੈਸ 'ਚ ਬਹੁਤ ਵੱਡੀ ਪੱਧਰ ਤੇ ਗੱਲ ਹੋਈ, ਨੈਸ਼ਨਲ ਪ੍ਰੈਸ 'ਚ ਆ ਗਈ ਸੀ ਗੱਲ ਵੀ ਜੋਗਾ ਸਿੰਘ ਨਾਲ ਜ਼ੁਲਮ ਹੋਇਆ। ਤੇ ਐਂਡ ਕੀ ਹੋਇਆ ਵੀ ਉਹ ਬੰਦੇ ਜਾਨੀ ਅਖੀਰ ਤੇ ਆ ਕੇ ਸਾਰੀ ਜਥੇਬੰਦੀ ਵਿੱਚ ਵਕੀਲਾਂ ਦੀ ਹਾਜ਼ਰੀ 'ਚ, ਪੁਲਿਸ ਦੀ ਹਾਜ਼ਰੀ 'ਚ ਪਬਲਿਕ ਤੌਰ ਤੇ ਮਾਫੀ ਮੰਗ ਕੇ ਗਏ ਵੀ ਸਾਨੂੰ ਮਾਫ ਕੀਤਾ ਜਾਣਾ ਚਾਹੀਦਾ ਸੀ। ਵੀ ਆ ਜਾਓ, ਕੋਈ ਗੱਲ ਨਹੀਂ ਯਾਰ, ਸਾਡੇ ਨਾਲ ਕਹਿੰਦੇ ਇਸ ਤਰ੍ਹਾਂ ਦੇ ਵੈਰ ਕੋ ਸਾਡਾ ਮੁੰਡਾ ਮਾਰਿਆ ਸੀ, ਵੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਗੀ, ਸਾਡੀ ਦੁਸ਼ਮਣੀ ਜ਼ੁਲਮ ਨਾਲ ਹੈ। ਤੁਸੀਂ ਇੱਕ ਜਿਹੜੀ ਮਾਂ ਸੀ ਉਹਦੀ, ਜੋਗਾ ਸਿੰਘ ਦੀ ਮਾਂ ਸੀ, ਦਿਖਦਾ ਨਹੀਂ ਸੀਗਾ, ਉਹਨੂੰ ਜੇਲ੍ਹ 'ਚ ਡੱਕਿਆ ਸੀਗਾ, ਬਜ਼ੁਰਗ ਨੂੰ ਵੀ ਜੇਲ੍ਹ 'ਚ ਡੱਕਿਆ ਸੀਗਾ, ਪਰਚਾ ਬਰਾਬਰ ਦਾ ਸੀਗਾ, ਉਹ ਬਾਹਰ ਫਿਰਦੇ ਸੀਗੇ। ਅਸੀਂ ਕਿਹਾ ਵੀ ਆਹ ਬੇਇਨਸਾਫੀ ਹੈ, ਭੋਗ ਨਹੀਂ ਪਾਉਣ ਦਿੱਤਾ, ਇਹ ਕਿੱਥੋਂ ਦੀ ਇਨਸਾਫ ਹੈ। ਜਦੋਂ ਤੁਸੀਂ ਐਡੇ ਐਡੇ ਜੇ ਕਹੀਏ ਮਸਲਿਆਂ 'ਚ ਜਦੋਂ ਉਲਝਦੇ ਰਹੇ, ਕਰਦੇ ਰਹੇ, ਤਾਈਓ ਕਾਰਨ ਬਣਿਆ ਕਿ ਤੁਹਾਡੀ ਜਿਹੜੇ ਕਿਤੇ ਨਾ ਕਿਤੇ ਜਿਹੜੇ ਤੁਹਾਡੇ ਤੇ ਪਰਚੇ ਦਰਜ ਹੋਏ ਉਹ ਕਾਨੂੰਨੀ ਰੂਪ ਦੇ ਵਿੱਚ ਜਾ ਕੇ ਕੱਲ੍ਹ ਫਿਰ ਤੁਹਾਡੀ ਟਰਮੀਨੇਸ਼ਨ ਹੋਈ ਬਿਜਲੀ ਬੋਰਡ। ਹਾਂਜੀ ਹਾਂਜੀ, ਬਿਲਕੁਲ। ਜਾਣੀ ਕਾਰਨ ਇੱਥੋਂ ਸ਼ੁਰੂ ਹੋ ਗਏ, ਯਾਨੀ ਕਿ ਜਦੋਂ ਜਿਹੜੇ ਪਿੰਡਾਂ ਦੇ ਵੱਡੇ ਧਨਾੜ ਕਿਸਾਨ ਸੀਗੇ ਉਹਨਾਂ ਨਾਲ ਮੇਰਾ ਟਕਰਾਅ ਚੱਲਦਾ ਰਿਹਾ, ਯਾਨੀ ਕਿ ਵੱਡੀ ਪੱਧਰ ਤੇ ਚੱਲਦਾ ਰਿਹਾ। ਤੇ ਅਖੀਰ ਤੇ ਫਿਰ ਆਨੇ ਬਹਾਨੇ ਯਾਨੀ ਕਿ ਪਹਿਲਾ ਪਰਚਾ ਹੋਇਆ ਵੀ ਇੱਕ ਗੋਨਣੇ ਪਿੰਡ ਦਾ, ਮੈਨੂੰ ਪਹਿਲਾਂ ਅਸਲਾ ਮਿਲ ਗਿਆ, ਸਿਕਿਉਰਿਟੀ ਮਿਲ ਗਈ ਸੀ, ਯਾਨੀ ਕਿ ਹਾਈ ਕੋਰਟ ਮਿਲ ਗਈ ਸੀ। ਉਹ ਇੱਕ ਬੋਦੀ ਵਾਲਾ ਕਾਂਡ ਹੋਇਆ ਸੀ, ਹੋਰ ਇੱਕ ਕੁੜੀ ਨੂੰ ਅਗਵਾ ਕਰ ਲਿਆ ਗਿਆ, ਬੱਚੇ ਸਮੇਤ ਅਗਵਾ ਕਰ ਲਿਆ ਗਿਆ। ਉਹ ਗੁੰਡਾ ਅਨਸਰ ਸੀਗੇ, 10 ਸਾਲ ਕੈਦ ਹੋਈ, ਵੈਸੇ ਉਹਨੂੰ ਜੇਲ੍ਹ ਕੱਟ ਰਿਹਾ, ਇਸ ਟਾਈਮ ਵੀ ਜੇਲ੍ਹ 'ਚ ਨੇ। ਉਹ ਇੰਨਾ ਕੁ ਤਸ਼ੱਦਦ ਸੀ, ਯਾਨੀ ਮੰਨ ਕੇ ਚਲੋ ਵੀ ਐਂ ਰਫਲ ਪਿਸਤੌਲ ਲੈ ਕੇ ਆਏ, ਬੋਦੀ ਵਾਲਾ ਪਿੰਡ ਹੈ ਮਲੋਟ ਹਲਕੇ ਦੇ ਵਿੱਚ, ਤੇ ਉਹਨੂੰ ਅਗਵਾ ਕਰਕੇ ਬੱਚੇ ਸਮੇਤ ਲੈ ਗਏ। 3-4 ਮਹੀਨੇ ਪਤਾ ਨਹੀਂ ਲੱਗਿਆ। ਕਹਿੰਦੇ ਵੀ ਅਸੀਂ ਤਾਂ, ਉਹ ਬੰਦੇ ਮੇਰੇ ਕੋਲ ਆਏ, ਕਹਿੰਦੇ ਵੀ ਅਸੀਂ ਤਾਂ ਜ਼ੋਰ ਲਾ ਲਿਆ, ਜਮੀਤ ਬਰਾੜ ਨੇ ਵੀ ਜ਼ੋਰ ਲਾ ਲਿਆ, ਵੀ ਤੁਹਾਨੂੰ ਕੁਛ ਨਹੀਂ ਪਤਾ ਲੱਗਦਾ ਵਾ। ਮੈਂ ਕਿਹਾ ਵੀ ਸਾਰੇ ਪਿੰਡ ਨੂੰ ਪਤਾ? ਕਹਿੰਦੇ ਹਾਂ ਪਤਾ। ਮੈਂ ਕਿਹਾ ਜਿਹਨੂੰ ਨਹੀਂ ਪਤਾ ਮੈਂ ਦੱਸ ਦੂੰਗਾ, ਦਿਖਾ ਕੇ ਲਾਊਂਗਾ। ਕਹਿੰਦੇ ਬੇਇੱਜ਼ਤੀ ਸਾਡੀ ਹੋਣੀ ਸੀ, ਜਿਹੜੀ ਹੋ ਗਈ। ਕਿਸਾਨ ਪਰਿਵਾਰ ਸੀਗਾ, ਉਹਨਾਂ ਨੇ ਸਟਾਂਪ 'ਤੇ ਲਿਖ ਕੇ ਦਿੱਤਾ ਵੀ ਜੋ ਸੁਖਪਾਲ ਸਿੰਘ ਕਰ ਲੂਗਾ, ਜਿਹਦੀ ਜਥੇਬੰਦੀ ਕਰ ਲੂਗੀ, ਠੀਕ ਹੈ। ਅਸੀਂ ਸੰਘਰਸ਼ ਕੀਤਾ ਔਰ ਉਹ ਲੜਕੀ ਨੂੰ ਬਰਾਮਦ ਕੀਤਾ, ਯਾਨੀ ਕਿ ਪ੍ਰਸ਼ਾਸਨ ਸਾਹਮਣੇ ਪੇਸ਼ ਕੀਤਾ 7ਵੇਂ ਦਿਨ, ਯਾਨੀ ਕਿ ਜਦੋਂ ਅਸੀਂ ਧਰਨਾ ਲਾਉਣ ਦਾ ਕੀਤਾ। ਥਾਣੇ ਦੇ ਵਿੱਚ SHO ਇੰਨੀ ਕਿ ਬਹਿਸ ਹੋਈ ਤੇ ਮੇਰੇ ਨਾਲ ਟਾਲੀਆਂ ਭਰ ਕੇ ਲੋਕ ਗਏ ਸੀਗੇ ਮਲੋਟ ਥਾਣਾ, ਯਾਨੀ ਕਿ ਮਿਲਣ ਵਾਸਤੇ ਮੰਗ ਪੱਤਰ ਦੇਣ ਗਏ ਸੀਗੇ। ਉਹਦਾ ਤੂੰ ਕੋਣ ਹੁੰਨਾ ਵੀ? ਪਰ ਮੈਂ ਕਿਹਾ ਵੀ ਮੈਂ ਜਦੋਂ ਮੇਰੇ ਪੇੜਾ ਚੱਕਿਆ, ਮੈਂ ਕਿਹਾ ਮਾਰ ਕੇ ਦੇਖ ਲੈ, ਹਿੰਮਤ ਦਾ ਬਹੁਤ ਦੂਰ ਤਲਕਲਾਮੀ ਹੋਈ। ਯਾਨੀ ਕਿ ਐਂਡ 'ਤੇ ਕੀ ਹੋਇਆ ਵੀ ਉਹ ਬੰਦੇ ਨੇ ਕਹਿੰਦਾ ਐ ਤਾਂ MLA ਨਹੀਂ ਬੋਲਦਾ। ਮੈਂ ਕਿਹਾ ਮੈਂ ਹੀ ਬੋਲਦਾ ਹੁਣ ਵੀ ਤੂੰ ਯਾਰ ਕੱਟਾ ਗਵਾ, ਜਿਹਦਾ ਪਰਚਾ ਕੱਟਣਾ ਪੈਂਦਾ। ਗੁਰਤੇਜ ਸਿੰਘ HO ਸੀਗਾ, ਤੂੰ ਗੁੰਮਸ਼ੁਦਗੀ ਦੀ ਪਰਚਾ ਕੱਟ ਦਿੰਦਾ। ਉਹ ਕਹਿੰਦਾ ਉਹਦਾ ਕੁੜੀ ਮਰਜ਼ੀ ਨੇ ਗਏ। ਮੈਂ ਕਿਹਾ ਤੇਰੇ ਕਿਹੜਾ ਹੈਗਾ ਥਰਮਾਮੀਟਰ ਹੈ? ਚਲੋ ਬਹਿਸ ਹੋਈ, ਜਾਨੀ ਕਿ ਬਾਅਦ 'ਚ ਧਰਨੇ ਦਾ ਐਲਾਨ ਕਰਤਾ, ਯਾਨੀ ਕਿ ਵੀ ਅਸੀਂ ਯਾਰ ਇਹਨੇ SHO ਨੇ ਗਲਤ ਕੀਤਾ, ਵੀ ਪਰਚੇ ਨਹੀਂ ਕੱਟਿਆ ਹੈਗਾ। 2.5 ਮਹੀਨੇ ਲੋਕ ਸੰਘਰਸ਼ ਕਰ ਰਹੇ, ਮੰਗ ਕਰ ਰਹੇ, ਉਹ ਬਾਅਦ 'ਚ ਉਹਨੇ FIR ਦਰਜ ਕਰਨੀ ਪਈ ਅਖੀਰ ਤੇ। ਯਾਨੀ ਕਿ ਉਹ ਸੰਘਰਸ਼ ਵੀ ਹਾਈਲਾਈਟ ਹੋਇਆ, ਇੰਡੀਆ ਲੈਵਲ ਤੇ ਚਲਾ ਗਿਆ, ਯਾਨੀ ਕਿ ਪ੍ਰੈਸ, ਨੈਸ਼ਨਲ ਪ੍ਰੈਸ ਵੀ ਚਲਾ ਗਿਆ। ਵਾਹਵਾ ਪ੍ਰੈਸ ਜਗਬਾਣੀ 'ਚ ਵੱਡੀ ਖਬਰ ਲੱਗੀ ਸੀ, ਮੂਹਰੇ ਫਰੰਟ ਪੇਜ 'ਤੇ ਲੱਗੀ ਸੀ। ਉਹਦੇ ਸਿੱਟੇ ਵਜੋਂ ਯਾਨੀ ਕਿ ਜਦੋਂ ਹੋਇਆ ਵੀ ਉਹਨਾਂ ਨੇ ਮੇਰੇ ਤੇ ਅਟੈਕ ਕੀਤਾ, ਮੇਰੇ ਘਰ ਤੇ ਅਟੈਕ ਕੀਤਾ, ਮੈਨੂੰ ਘਰ ਛੱਡਣਾ ਪਿਆ। ਇਹ ਬੇਟਾ ਮੇਰਾ ਛੋਟਾ ਸੀਗਾ, ਯਾਨੀ ਕਿ ਸਾਨੂੰ ਰੂਪ ਹੁਣ ਰਹਿਣਾ ਪਿਆ। ਅਸਾਲਟਾਂ ਲੈ ਕੇ ਪ੍ਰੈਸ ਤਨੇਜਾ ਪੱਤਰਕਾਰ ਹੈ, ਉਹਦੇ ਆ ਕੇ ਰਫਲ ਵਾਲੀ ਸੀ ਵੀ ਤੂੰ ਖਬਰ ਕਿਉਂ ਲਾਈ। ਐਡੇ ਗੁੰਡਾ ਅਨਸਰ ਸੀਗੇ, ਬੜੇ ਹੰਕਾਰੇ ਲੋਕ ਸੀਗੇ। ਬਾਅਦ 'ਚ ਲੜਕੀ ਦੇ ਪਰਿਵਾਰ 'ਤੇ ਹਮਲਾ ਕਰਤਾ, ਅਜੀਤ ਅਖਬਾਰ 'ਚ ਖਬਰ ਲੱਗੀ ਹੈ, ਬੰਨ ਲਿਆ, ਕੁੱਟਿਆ ਸੀ ਮੁਕਤਸਰ 'ਚ। ਤੇ ਉਹ ਬੰਦਾ ਜਿਹੜਾ ਗੁੰਡਾ ਅਨਸਰ ਸੀਗਾ, ਉਸ ਤੋਂ ਬਾਅਦ 10 ਸਾਲ ਉਹਨੂੰ ਸਜ਼ਾ ਹੋਈ, 4 ਬੰਦਿਆਂ ਨੂੰ। ਇੱਕ ਚੀਜ਼ ਹੋਰ ਦੱਸੋ, ਜਦੋਂ ਤੁਸੀਂ ਇਹ ਪੂਰਾ ਇੱਕ ਪ੍ਰਕਰਨ ਚੱਲਦਾ ਰਿਹਾ ਤੁਹਾਡੇ ਤੇ, ਕਿਉਂਕਿ ਤੁਸੀਂ ਕਹਿੰਦੇ ਕਿ ਮੈਂ ਉਸ ਸਮੇਂ ਅੱਤਵਾਦ ਦੇ, ਖੜਕੂਵਾਦ ਦੇ ਖਿਲਾਫ ਵੀ ਚੱਲਦਾ ਰਿਹਾ, ਤਾਂ ਫਿਰ ਉਦੋਂ ਨਹੀਂ ਤੁਹਾਨੂੰ ਡਰ ਨਹੀਂ ਲੱਗਿਆ ਇਸ ਚੀਜ਼ ਤੋਂ ਕਿ ਆਖਰ ਕਰਕੇ, ਕਿਉਂਕਿ ਉਦੋਂ ਤਾਂ ਦੌਰ ਬੜਾ ਮਜ਼ਬੂਤ ਸੀਗਾ ਇਹ? ਹਾਂਜੀ ਲੱਗਿਆ ਜੀ, ਬਹੁਤ। ਮਤਲਬ ਇਹ ਸੀਗਾ ਡਰ ਤੋਂ ਪਾਵੇ ਵੀ ਆਪਾਂ ਉਸ ਗੱਲ ਦੀ ਚੌਕਸੀ ਰੱਖਦੇ ਸੀ, ਪਰ ਡਰ ਕਿਵੇਂ, ਨਿਡਰ ਕਿਵੇਂ ਹੋ ਗਿਆ? ਕਿਉਂਕਿ ਮੇਰੇ ਨਾਲ ਲੋਕ ਸੀਗੇ, ਬਾਘੇ ਪਿੰਡ ਦੇ ਲੋਕਾਂ ਨੇ ਕਿਹਾ ਸੀਗਾ ਆਹ ਸਾਡੇ ਪੁੱਤ ਨੇ, ਇਹਨਾਂ ਦੀ ਲਾਸ਼ ਉੱਤੋਂ ਲੰਘ ਕੇ ਆ ਜਾਊਗਾ। ਰਾਖੀ ਕਰਦੇ ਸੀ, ਜਿੱਥੇ ਧੀਆਂ ਭੈਣਾਂ ਪੈਂਦੇ ਉੱਥੇ ਮੈਨੂੰ ਬਿਠਾਉਂਦੇ ਸੀਗੇ, ਅੰਦਰਲੇ ਕਮਰੇ ਰੱਖਦੇ। ਮੇਰਾ ਕੋਈ ਪਤਾ ਨਹੀਂ ਸੀ ਮੈਂ ਕਿਹੜੇ ਘਰ 'ਚ ਰਹਿਣਾ, ਕਿੱਥੇ, ਜਿਹਨੇ ਸਾਰਾ ਬਾਘਾ ਪੁਰਾਣਾ ਮੇਰੀ ਕਿਲ੍ਹਾ ਸੀਗਾ। ਯਾਨੀ ਕਿ ਤੁਸੀਂ ਪੂਰੇ ਅੰਡਰਗਰਾਉਂਡ ਰਹਿੰਦੇ ਸੀ? ਪੂਰੇ ਅੰਡਰਗਰਾਉਂਡ ਸੀ, ਬਿਲਕੁਲ। ਮੈਂ 3 ਸਾਲ ਲਗਭਗ ਪਰਿਵਾਰ ਨੂੰ ਨਹੀਂ ਮਿਲ ਸਕਿਆ, ਵੀ ਮਿਲਦਾ ਸੀ, ਯਾਨੀ ਕਿ ਪਰਿਵਾਰ ਮੇਰੇ ਲੋਕ ਮੇਰੇ ਪ੍ਰਬੰਧ ਕਰਦੇ। ਹਾਂ, ਯਾਨੀ ਕਿ ਰੂਪ ਛੜੀ ਵੀ ਮੁਲਾਜ਼ਮ ਵੀ ਸੀਗਾ। ਇਹ ਵੀ ਦੇਖੋ ਮੇਰੇ ਨਾਲ ਦੇ ਮੁਲਾਜ਼ਮ ਮੇਰੇ ਕੰਮ ਕਰਦੇ ਸੀਗੇ, ਯਾਨੀ ਕਿ ਡਿਊਟੀ 'ਤੇ ਵੀ ਜਾਂਦਾ ਸੀਗਾ, ਹਾਜ਼ਰੀ ਵੀ ਲੱਗਦੀ ਸੀਗੀ।
ਪਰ ਮੈਂ ਰੂਪ ਵਿੱਚ ਵੀ ਰਹਿੰਦਾ ਸੀ। ਲੋਕਾਂ ਨਾਲ ਜਾਣੀ ਲੋਕ ਮੇਰੀ ਰਾਖੀ ਕਰਦੇ ਸੀਗੇ। ਤੇ ਉਸ ਇੱਕ ਚੀਜ਼ ਹੋਰ ਦੱਸੋ, ਜਿਹੜੀ ਤੁਸੀਂ ਕੋਕਰੀ ਕਲਾਂ ਹੋਰਾਂ ਨਾਲ ਜੁੜੇ, ਤੁਸੀਂ ਪੂਰੀ ਜਥੇਬੰਦੀ ਦੇ ਨਾਲ ਜੁੜੇ ਘਰੇ, ਉਹ ਕਦੋਂ ਦਾ ਫਿਰ ਰਿਹਾ, ਫਿਰ ਤੁਸੀਂ ਇਧਰਲੇ ਪਾਸੇ ਕਿਵੇਂ ਆਏ? ਮਤਲਬ ਐਂ ਕਹਿ ਲਈਏ ਵੀ ਜਾਣੀ ਅਸਲ ਜਿਹੜੀ ਕੋਕਰੀ ਕਲਾਂ ਦੀ ਸਿਆਸਤ ਹੈ, ਜਿਹੜੀ ਰਾਜਨੀਤੀ ਹੈ, ਉਸੇ ਰਾਜਨੀਤੀ ਦੀ ਮੈਨੂੰ ਇੱਥੇ ਤੱਕ ਪਹੁੰਚਾਇਆ। ਇੱਕ ਵਿਚਾਰਧਾਰਾ ਹੈਗੀ ਜਾਣੀ ਕਿ ਉਹ ਕੋਕਰੀ ਕਲਾਂ ਦੀ ਜਿਹੜੀ ਸਿਆਸਤ ਹੈ, ਉਹ ਵੀ ਜਾਣੀ ਕਿ ਪ੍ਰੇਰਨਾ ਕਰਕੇ ਬਾਘੇ ਪੁਰਾਣੇ ਦੇ ਸੰਘਰਸ਼ ਦੇ ਵਿੱਚ ਹੀ ਆਇਆ ਸੀ, ਮੇਰੇ ਨਾਲ ਜੁੜਿਆ ਸੀਗਾ। ਕਿਸਾਨ ਜਥੇ ਬਣਾਉਣ ਦਾ ਮੇਰਾ ਵੀ ਸੰਗਠਨ ਬਣਾਉਣ ਦਾ ਵਿਚਾਰ ਸੀਗਾ। ਇਕੱਠਿਆਂ ਨੇ ਸ਼ੁਰੂਆਤ ਕੀਤੀ ਜਾਣੀ ਕਿ। ਤੇ ਉਸ ਤੋਂ ਅੱਗੇ ਜਾ ਕੇ ਜਾਣੀ ਕਿ ਥੋੜ੍ਹਾ ਜਿਹਾ ਜਦੋਂ ਚੱਲਦੇ ਚੱਲਦੇ ਮੈਂ ਮੁਕਤਸਰ ਚਲਾ ਗਿਆ, ਜਾਣੀ ਕਿ ਬੋਦੀ ਵਾਲਾ ਕੇਸ ਲੜਿਆ, ਮੈਂ ਹਥਿਆਰ ਲੈ ਲਏ। ਉੱਥੇ ਇੱਕ ਹੋਰ ਘਟਨਾ ਵਾਪਰੀ ਜਾਣੀ ਮੇਰੀ ਜਿਹਨੇ ਯੂ ਟਰਨ ਹੋਈ ਹੈ, ਜਾਣੀ ਕਿ ਮੈਂ ਸ਼ਾਇਦ ਉਸ ਸਿਆਸਤ 'ਚ ਹੁੰਦਾ ਅੱਜ ਮੈਂ ਉਗਰਾਹਾਂ ਦੀ ਥਾਂ 'ਤੇ ਮੈਂ ਹੋਣਾ ਸੀਗਾ, ਪੱਕੀ ਗੱਲ ਹੈ ਜਾਣੀ ਕਿ। ਪਰ ਇੱਕ ਚੀਜ਼ ਹੋਰ ਦੱਸੋ, ਇਹ ਤੁਹਾਨੂੰ ਦੁਬਾਰੇ ਪੁੱਛੂੰਗਾ ਮੈਂ ਉਗਰਾਹਾਂ ਵਾਲੀ, ਪਰ ਇਹ ਪੂਰਾ ਜਦੋਂ ਦੌਰ ਲੰਘਿਆ ਉਦੋਂ, ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਉਸ ਸਮੇਂ ਦੇ ਦੌਰਾਨ ਬਹੁਤ ਲੋਕਾਂ ਨੇ ਫਾਇਦੇ ਵੀ ਉਠਾਏ, ਜਿਵੇਂ ਤੁਸੀਂ ਕਿਹਾ ਵੀ ਤੁਹਾਨੂੰ ਐਮਐਲਏ ਤੱਕ ਦੀ ਟਿਕਟ ਆਫਰ ਕਰਤੀ, ਇਹ ਨਹੀਂ ਆਇਆ ਕਦੇ ਦਿਮਾਗ 'ਚ ਹੈਗਾ ਵੀ ਚਲੋ ਛੱਡੋ, ਬਹੁਤ ਲੋਕਾਂ ਦੀ ਹੋ ਗਈ ਹੁਣ, ਕਿਉਂਕਿ ਤੁਹਾਡੇ ਤੇ ਆਪਦੇ ਪਰਚੇ ਇੰਨੇ ਤਸ਼ੱਦਦਾਂ ਹੋ ਗਈਆਂ, ਤੁਸੀਂ ਜਿਵੇਂ ਦੱਸਦੇ ਹੋ, ਤਾਂ ਹੁਣ ਸੁੱਖ ਦੀ ਜ਼ਿੰਦਗੀ ਲੈ ਲਈਏ? ਨਹੀਂ, ਉਸ ਸਮੇਂ ਨਹੀਂ ਆਇਆ ਜੀ। ਉਹ ਕਦੋਂ ਆਇਆ ਜਾਣੀ ਹੁਣ ਕਦੋਂ ਆਇਆ? ਹੁਣ ਆਇਆ ਥੋੜ੍ਹਾ ਜਿਹਾ ਆਇਆ, ਕਦੋਂ ਆਇਆ? ਮਤਲਬ ਮੈਂ ਸੱਚ ਤੇ ਚੱਲਦਾ ਸੀਗਾ, ਭਗਤ ਸਿੰਘ ਦੇ ਵਿਚਾਰਧਾਰਾ 'ਤੇ ਚੱਲਦਾ ਸੀਗਾ, ਸੰਘਰਸ਼ਾਂ ਦੇ ਵਿੱਚ ਵਿਚਰਿਆ, ਬਹੁਤ ਕੁਰਬਾਨੀਆਂ ਕੀਤੀਆਂ। ਅਖੀਰ ਤੇ ਮੈਨੂੰ ਮੈਂ ਜੇਲ੍ਹ ਚਲਾ ਗਿਆ, ਮੇਰੇ ਕੋਲ ਮੁਲਾਕਾਤ ਕਰਨ ਨਹੀਂ ਆਏਗਾ। ਅੱਛਾ, ਮਤਲਬ ਆਇਆ ਪਰਿਵਾਰ ਆਇਆ, ਜਾਣੀ ਕਿ ਜਿਨ੍ਹਾਂ ਲੋਕਾਂ ਦੀ ਮੈਂ ਲੜਿਆ ਸੀਗਾ ਉਹਨਾਂ ਨੇ ਮੇਰਾ ਹਾਂ ਮੈਨੂੰ ਲੱਗੇ ਵੀ ਅੱਛਾ। ਫਿਰ ਉੱਥੇ ਜਾਣੀ ਕਿ ਰਿਵਿਊ ਚੱਲਿਆ, ਮੈਂ ਕਹਿੰਦਾ ਸੀ ਸੰਵਿਧਾਨ ਗਲਤ ਹੈ, ਕਾਨੂੰਨ ਗਲਤ ਹੈ, ਪੁਲਿਸ ਗਲਤ ਹੈ, ਸਾਰਾ ਸਮਾਜ ਗਲਤ ਹੈ। ਜਾਣੀ ਬਹੁਤ ਚੀਜ਼ਾਂ ਦੇ ਵਿੱਚ ਮੈਂ ਨੈਗੇਟਿਵ ਪੱਖ ਤੋਂ ਸੋਚਦਾ, ਜਿਵੇਂ ਗਰਾਹਾਂ ਸੋਚਦਾ, ਜਿਵੇਂ ਉਹ ਜਥੇਬੰਦੀ ਸੋਚਦੀ ਹੈ। ਉੱਥੇ ਇੱਕ ਸਵਾਲ ਵਿਚਾਰ 'ਚ ਆਇਆ ਵੀ ਸੁਖਪਾਲ ਸਿੰਘ ਸੋਚ ਕਿਤੇ ਉੱਤੋਂ ਨਹੀਂ ਗਲਤ, ਅਤੇ ਨੁਕਸ ਬਹੁਤ ਅੰਦਰ ਹੀ ਨਿਕਲੇ। ਜਾਣੀ ਕਿ ਵੀ ਅਸੀਂ ਜਿਹੜੀ ਸੋਚਦੇ ਕਿਵੇਂ ਅਸਲ 'ਚ ਅਸੀਂ ਸੋਚਦੇ ਹਾਂ ਵੀ ਚੀਜ਼ਾਂ ਨੂੰ ਨੈਗੇਟਿਵ ਪਾਸੇ ਤੋਂ ਦੇਖਦੇ ਹਾਂ, ਨਕਾਰਾਤਮਕ ਚੀਜ਼ਾਂ ਨੂੰ ਪਹਿਲ ਦਿੰਦੇ ਅਸੀਂ। ਕਿਸੇ ਬਾਰੇ ਨੈਗੇਟਿਵ ਗੱਲ ਕਰ ਦਿਓ, ਮਿੰਟ 'ਚ ਫੈਲ ਜੂਗੀ। ਕਿਸੇ ਬਾਰੇ ਚੰਗੀ ਗੱਲ ਦੱਸ ਦਿਓ, ਉਹ ਨਹੀਂ ਦੱਸਾਂਗੇ ਆਪਾਂ। ਤੇ ਫਿਰ ਉਗਰਾਹਾਂ ਜਿਵੇਂ ਹੁਣ ਉਗਰਾਹਾਂ ਉਹਨਾਂ ਕੋਲ ਜ਼ਿੰਮੇਵਾਰੀ ਹੈ, ਤੁਹਾਨੂੰ ਲੱਗਦਾ ਵੀ ਕਿ ਜੇ ਤੁਸੀਂ ਉਵੇਂ ਲਗਾਤਾਰ ਨਾਲ ਚੱਲਦੇ ਰਹਿੰਦੇ ਤਾਂ ਸ਼ਾਇਦ ਉੱਥੇ ਅੱਜ ਤੁਸੀਂ ਹੁੰਦੇ? ਹਾਂ, ਪਰ ਮੈਨੂੰ ਹੁਣ ਲੋਕ ਪੁੱਛਦੇ ਵੀ ਯਾਰ ਕੀ ਤੂੰ ਉੱਥੇ ਜਾਣਾ ਚਾਹੇਂਗਾ? ਮੈਂ ਕਿਹਾ ਨਹੀਂ, ਉਹ ਮੇਰੀ ਪ੍ਰਾਇਮਰੀ ਸੀਗੀ। ਉਹ ਇੱਕ ਰਾਜਨੀਤੀ ਹੈ, ਸੰਘਰਸ਼ਾਂ ਦੀ ਰਾਜਨੀਤੀ ਹੈ, ਜਥੇਬੰਦੀਆਂ ਬਣਾਉਣ ਦੀ ਰਾਜਨੀਤੀ ਹੈ, ਲੋਕਾਂ ਲਈ ਲੜਨ ਦੀ ਰਾਜਨੀਤੀ ਹੈ। ਪਰ ਹੁਣ ਵੀ ਉਹ ਮੇਰੀ ਪ੍ਰਾਇਮਰੀ ਪਾਸ ਸੀਗੀ। ਹੁਣ ਮੈਂ ਉਦੋਂ ਗਾਹਾਂ ਟੱਪ ਗਿਆ, ਔਰ ਉਹ ਜਿਹੜੀ ਅਗਲੀ ਡਿਗਰੀ ਕਿੱਥੋਂ ਮਿਲੀ? ਜੇਲ੍ਹ 'ਚੋਂ। ਔਰ ਜਿਹੜਾ ਬੰਦਾ ਉਹਨਾਂ 'ਚ ਮੈਂ ਕਹਿੰਦਾ ਜੇਲ੍ਹ 'ਚ ਨਹੀਂ ਗਿਆ ਹੈਗਾ, ਉਹਨੂੰ ਸਬਕ ਨਹੀਂ ਮਿਲੇਗੀ। ਜੇਲ੍ਹ 'ਚ ਬਹੁਤ ਲੋਕ ਵਿਗੜ ਕੇ ਆਉਂਦੇ ਨੇ, ਉੱਥੇ ਬੜੇ ਕਾਤਲ ਲੋਕ ਹੁੰਦੇ ਨੇ, ਬੜੇ ਜਾਣੀ ਕਿ ਨਾਮਵਰ ਹੁੰਦੇ ਨੇ, ਜਿਹੜੇ ਨਾਮਵਰ ਗੁੰਡਾ ਅਨਸਰ ਹੁੰਦੇ ਨੇ, ਅੱਡ ਅੱਡ ਤਰ੍ਹਾਂ ਦੇ ਗਰੁੱਪ ਨੇ ਉੱਥੇ। ਪਰ ਮੈਂ ਇੱਕ ਗੱਲ ਹੈਗੀ ਵੀ ਮੈਨੂੰ ਜੇਲ੍ਹ ਦੇ ਵਿੱਚ ਆਹ ਪੱਗ ਮੈਨੂੰ ਜੇਲ੍ਹ 'ਚ ਮਿਲੀ, ਮੈਂ ਇਹ ਜਿਹਾ ਨਹੀਂ ਸੀਗਾ, ਮੈਂ ਮੇਰਾ ਬੇਟਾ ਬੈਠਾ ਹੀ ਮੋਨਾ ਸੀਗਾ। ਉੱਥੇ ਜਾਣੀ ਕਿ ਮੱਲਣ ਕਾਂਡ ਦੇ ਵਿੱਚ ਨਿਹੰਗ ਸਿੰਘ ਜੱਥਾ ਸੀਗਾ, 13 ਬੰਦਿਆਂ ਦਾ ਸੀਗਾ। ਉਹਨਾਂ ਨੇ ਮੇਰੇ ਤੋਂ ਪ੍ਰਭਾਵਿਤ ਹੋ ਕੇ ਕਿਸੇ ਗੱਲ ਕਰਕੇ ਮੈਂ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ। ਲੀਗਲੀ ਮੈਨੂੰ ਮਾੜਾ ਮੋਟਾ ਪਤਾ ਸੀਗਾ, ਕਿਸੇ ਦੀ ਜ਼ਮਾਨਤ ਹੋ ਗਈ, ਕਿਸੇ ਦਾ ਕੇਸ ਅੜਿਆ ਸੀਗਾ। ਉਹ ਕਹਿੰਦੇ ਯਾਰ ਜੇਈ ਸਾਹਿਬ ਕਹਿੰਦੇ ਸੀ ਮੈਨੂੰ ਉੱਥੇ ਵੀ ਤੁਹਾਡਾ ਜਿਹੜਾ ਹੈਗਾ ਵੀ ਕੋਈ ਤਜਰਬਾ ਹੈਗਾ ਤਾਂ ਸਾਡੇ ਕੇਸ ਬਾਰੇ ਦੱਸੋ। ਮੈਂ ਉਹਨੂੰ ਕੁਛ ਮਾੜਾ ਮੋਟੇ ਨੁਕਤੇ ਦੱਸੇ। ਬਾਬਾ ਕਾਲਾ ਸਿੰਘ ਦੇ ਵਿੱਚ ਮੱਲਣ ਕਾਂਡ ਦੇ ਵਿੱਚ 13 ਨਿਹੰਗ ਸਿੰਘ ਸੀਗੇ, ਨੰਗੇ ਪਰ ਰਹਿੰਦੇ ਸੀਗੇ, ਉਹਨੂੰ ਬਾਹਰੋਂ ਅੰਗਰੇਜ਼ ਵੀ ਮਿਲਣ ਆਏ ਸੀਗੇ। ਉਹਨੂੰ ਜਿਹਨੇ ਸਾਰੀ ਜੇਲ੍ਹ ਬਾਬਾ ਜੀ ਕਹਿੰਦੇ ਸੀਗੇ, ਉਹ ਕਹਿੰਦਾ ਨਹੀਂ ਤੂੰ ਸਾਡਾ ਬਾਬਾ ਤੂੰ ਆ ਯਾਰ। ਅੱਛਾ, ਇਹ ਹਾਲਤ ਬਣ ਗਈ ਉਹਨਾਂ ਦਾ। ਚਲੋ ਜ਼ਮਾਨਤ ਜਮਤ ਹੋ ਗਿਆ, ਮੈਂ ਮਦਦ ਕੀਤੀ, ਉਹ ਮੇਰੇ ਨਾਲ ਅੱਜ ਜੁੜੇ ਹੋਏ ਨੇ। ਆਹ ਮੈਨੂੰ ਪੱਗ ਵੀ ਕਿਹਾ ਵੀ ਜੇਈ ਸਾਹਿਬ ਪੱਗ ਬੰਨ੍ਹਿਆ ਕਰੋ, ਬਹੁਤ ਸੋਹਣੇ ਲੱਗਦੇ ਨੇ। ਅਤੇ ਇਹ ਉਹ ਜੇਲ੍ਹ ਦੀਆਂ ਘਟਨਾਵਾਂ ਨੇ, ਜਾਣੀ ਕਿ ਜੇਲ੍ਹ ਦੀ ਹਾਲਾਤ ਨੇ 3 ਸਾਲ ਦੇ ਵਿੱਚ ਜੇਲ੍ਹ 'ਚ ਗੁਜ਼ਾਰੇ। ਮੇਰੇ ਜਿਹੜੀ ਚੀਜ਼ਾਂ ਨਜ਼ਰੀਆ ਬਦਲ ਗਿਆ। ਹੁਣ ਮੈਂ ਨਹੀਂ ਜਾਣਾ ਚਾਹਾਂਗਾ, ਚਾਹੇ ਮੈਨੂੰ ਗਰਾਹਾਂ ਤੋਂ ਉੱਚਾ ਅਹੁਦਾ ਮਿਲਦਾ, ਫਿਰ ਨਹੀਂ ਜਾਣਾ ਚਾਹਾਂਗਾ। ਕਿਉਂਕਿ ਆਹ ਜਿਹਾ ਸਿਸਟਮ ਹੈ, ਕਿੰਨੀਆਂ ਹੀ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਬਾਅਦ 'ਚ ਸਮਝ ਆਈਆਂ ਵੀ ਰਾਜਨੀਤੀ ਜਿਵੇਂ ਪਹਿਲਾਂ ਆਇਆ ਹੁੰਦਾ ਤਾਂ ਕੋਈ ਸ਼ਾਇਦ ਹੋਰ ਥਾਂ 'ਤੇ ਹੁੰਦਾ। ਪਰ ਮੈਨੂੰ ਤਾਂ ਗਮ ਕੋਈ ਨਹੀਂ ਗਾ, ਉਹ ਸਮਾਂ ਸੀਗਾ। ਅੱਜ ਦਾ ਸਮਾਂ ਜਿਹੜਾ ਅੱਜ ਮੈਂ ਸ਼ੁਰੂਆਤ ਕੀਤੀ ਹੈ ਜ਼ਿੰਦਗੀ ਦੀ, ਅੱਜ ਮੈਂ ਬੀਜੇਪੀ ਪਾਰਟੀ ਜੁਆਇਨ ਕੀਤੀ ਹੈ, ਮੈਂ ਰਾਜਨੀਤੀ 'ਚ ਆਉਣਾ ਚਾਹੁੰਦਾ। ਹੁਣ ਤੁਸੀਂ ਰਾਜਨੀਤੀ 'ਚ ਆ ਰਹੇ ਹੋ, ਬੀਜੇਪੀ ਅੱਜ ਵੀ ਤੁਹਾਡਾ ਜੇ ਕਹੀਏ ਕਿ ਜਿਹੜਾ ਸੰਘਰਸ਼ ਕੋਈ ਛੋਟਾ ਨਹੀਂ ਹੈਗਾ, ਤੁਸੀਂ ਬੀਜੇਪੀ ਵਰਗੀ ਪਾਰਟੀ ਜੁਆਇਨ ਕੀਤੀ ਜਿਹਦਾ ਅੱਜ ਪੂਰੇ ਸਾਰੇ ਕਿਤੇ ਵਿਰੋਧ ਹੈਗਾ। ਮੈਂ ਇੱਕ ਗੱਲ ਜਾਣਦਾ ਵੀ ਉਹ ਲੋਕ ਜਾਣੀ ਕਿ ਅਸਲ 'ਚ ਆਪਾਂ ਵਿਜੇਤਾ ਹੁੰਦੇ ਜਿਹੜੇ ਦਰਿਆਵਾਂ ਦੇ ਵਹਿਣ ਦੇ ਉਲਟ ਚੱਲਦੇ, ਅਤੇ ਮੈਂ ਵਹਿਣ ਦੇ ਉਲਟ ਚੱਲਿਆ। ਮੈਨੂੰ ਪਤਾ ਵੀ ਵਿਰੋਧ ਹੋਊਗਾ, ਪਰ ਮੈਂ ਕਿਹਦਾ ਨਿਵੇਦਨ, ਮੈਨੂੰ ਕੀ ਕਰਨਾ ਚਾਹੀਦਾ। ਮੇਰੇ ਜਿਹੜੇ ਮੈਂ ਇੱਕ ਬੇਜ਼ਮੀਨਾ ਕਿਸਾਨ ਹਾਂ, ਮੇਰੇ ਕੋਲ 17 ਏਕੜ ਜ਼ਮੀਨ ਸੀਗੀ, 16.5 ਕਿੱਲੇ ਜ਼ਮੀਨ ਸੀ ਮੁਕਤਸਰ ਸ਼ਹਿਰ ਦੇ ਮੇਰੇ ਕੋਲ। ਮੈਂ ਆਪ ਹਲ ਚਲਾਇਆ ਬਲਦਾਂ। ਬਾਪ ਮੇਰਾ ਜਦੋਂ ਮੈਂ ਛੋਟਾ 10ਵੀਂ ਪੜ੍ਹਦਾ ਸੀਗਾ, ਖੇਤੀ ਕਰਦੇ ਸੀਗੇ। ਅੱਜ ਨਹੀਂ ਰਹੇਗੀ, ਕਿੱਧਰ ਚਲੀ ਗਈ ਜ਼ਮੀਨਾਂ ਸਾਡੇ। ਮੇਰੇ ਬਹੁਤ ਸਾਰੇ ਪਰਿਵਾਰ ਨੇ, ਗੰਦਲ ਪਿੰਡ ਹੈ ਮੇਰਾ, ਉੱਥੇ ਬਹੁਤ ਸਾਰੇ ਪਰਿਵਾਰਾਂ ਦੀ ਜ਼ਮੀਨਾਂ ਅੱਜ ਨਹੀਂ ਹੈਗੀਆਂ, ਦਿਹਾੜੀਆਂ ਕਰਦੇ ਨੇ। ਕਿੰਨਾਂ ਨੇ ਖੋਲ੍ਹੀਆਂ। ਮੈਂ ਇੱਕ ਗੱਲ ਬੀਜੇਪੀ ਦੀ ਬਹੁਤ ਸਮਝ ਆਈ ਮੈਨੂੰ, ਜਿਹੜੀ ਵਿਚਾਰਧਾਰਾ ਦੇ ਚੱਲੀ। ਪਹਿਲਾਂ ਇੱਕ ਵਪਾਰੀ ਵਰਗ ਸੀਗਾ ਜਿਹੜਾ ਆੜਤ ਕਰਦਾ ਸੀਗਾ। 20 ਸਾਲ ਪਹਿਲਾਂ ਬਾਣੀਏ ਬੁੱਧੀ ਦੇ ਲੋਕ ਵੀ ਆੜਤ ਕਰਦੇ ਸੀਗੇ। ਜੇ ਸਾਡੇ ਬਾਪ ਦਾਦੇ ਦੇ ਪੈਸੇ ਲੈਣ ਜਾਂਦੇ ਸੀਗੇ ਤਾਂ ਕੀ ਕਰਦੇ ਸੀਗੇ ਵੀ ਜੇ 1000 ਮੰਗਿਆ ਤਾਂ 500 ਲੈ ਜਾ, 200 ਲੈ ਜਾ, ਸਾਰ ਲੱਤ ਸਮਝਾਉਂਦੇ ਸੀਗੇ ਵੀ ਕਰਜ਼ਾ ਚੜ੍ਹ ਜੂਗਾ, ਵਿਆਜ ਲੱਗੂਗਾ। ਫਿਰ ਕਿਤੇ ਫਸਲ ਘੱਟ ਹੁੰਦੀ ਸੀ ਤਾਂ ਉਹਦਾ ਮਾੜਾ ਮੋਟਾ ਵਿਆਜ ਵੀ ਛੱਡ ਵੀ ਦਿੰਦੇ ਸੀਗੇ, ਉਹਦੇ ਨਿਕਲਦੇ ਨਹੀਂ ਸੀਗੇ। ਫਿਰ ਕੀ ਹੋਇਆ, ਜਿਵੇਂ ਉਹ ਬਰਾੜਪੁਰ ਲਾ ਲਓ ਜਾਂ ਹੋਰ ਧਨਾੜ ਕਿਸਾਨ ਸੀ ਜਿਹੜੇ,
ਆੜ ਦੇ ਕੰਮ 'ਚ ਆ ਗਏ। ਉਹਨਾਂ ਨੇ ਜੱਟ ਦਾ ਜਿਹੜੀ ਹੁੰਦਾ ਜ਼ਮੀਨ 'ਤੇ ਉਹਨਾਂ ਨੇ ਕੀ ਕੀਤਾ ਵੀ ਉਹ ਕਿਸਾਨ ਜਿਹੜਾ ਕਮਜ਼ੋਰ ਹੈ ਉਹਦਾ ਮੁੰਡਾ ਨਸ਼ੇ 'ਤੇ ਲੱਗ ਸਕਦਾ। ਉਹਨਾਂ ਨੇ ਜਿੱਥੇ 10 ਮੰਗਿਆ 20,000 ਦਿੱਤਾ, ਜਿੱਥੇ ਲੱਖ ਮੰਗਿਆ 2 ਲੱਖ ਦਿੱਤਾ। ਹੌਲੀ ਹੌਲੀ ਕੀਤਾ ਜਿੰਨਾ ਜ਼ਮੀਨਾਂ ਹੜੱਪ ਲਈਆਂ। ਅੱਜ ਅੱਧੀ ਕਿਸਾਨੀ ਜਿਹੜੀ ਹੈਗੀ ਹੈ ਪਿੰਡਾਂ ਦੇ ਵਿੱਚ ਬਹੁਤ ਜਿਹੜੇ ਛੋਟੇ ਕਿਸਾਨ ਹੈ ਉਹ ਬੇਜ਼ਮੀਨੇ ਨੇ, ਔਰ ਮੈਂ ਬੇਜ਼ਮੀਨੇ ਕਿਸਾਨਾਂ ਦਾ ਨੁਮਾਇੰਦਾ ਔਰ ਮੇਰੀ ਸਾਂਝ ਮਜ਼ਦੂਰਾਂ ਨਾਲ ਹੈ। ਕਿਉਂਕਿ ਹੁਣ ਜਿਹੜਾ ਅੱਜ ਦਾ ਸੰਘਰਸ਼ ਚੱਲੀ ਜਾਂਦਾ ਉਹਦੇ 'ਚ ਇੱਕ ਜਿਹੜੀ ਵਰਗਾਕਾਰ ਜਿਹੜਾ ਵਰਗ ਵੰਡ ਆ ਉਹ ਨਹੀਂ ਹੋਏਗੀ। ਉਹ 'ਚ ਕਿਸਾਨ ਉਹ ਵੀ ਬੈਠਾ ਜਿਹਦਾ 500 ਕਿੱਲੇ ਦਾ ਮਾਲਕ ਹੈ, 200 ਕਿੱਲੇ ਵਾਲਾ ਵੀ ਬੈਠਾ, 100 ਕਿੱਲੇ ਵਾਲਾ ਬੈਠਾ, ਕਾਜੂ ਬਦਾਮ ਵਾਲੇ ਵੀ ਬੈਠੇ ਹੈ, ਅਤੇ ਗੰਢੇ ਨਾਲ ਰੋਟੀ ਖਾਣ ਵਾਲੇ ਵੀ ਬੈਠੇ ਹੈ। ਬਹੁਤ ਥੋੜ੍ਹੇ ਨੇ ਵਰਗ। ਜਿਹੜੀ ਮੈਂ ਸਮਝਦਾ ਵੀ ਜਿਹੜਾ ਅਸਲ ਕਿਸਾਨ ਆ ਜਿਹੜਾ ਮੇਰਾ ਜਿਹਦਾ ਮੈਂ ਨੁਮਾਇੰਦਾ, ਜਿਹੜੇ ਪਿੰਡਾਂ ਦੇ ਦਲਿਤ ਵਰਗ ਨੇ ਉਹ ਤਾਂ ਇੱਕ ਦਿਨ ਚਲੇ ਜਾਣ ਕਿਤੇ ਅਤੇ ਘਰ 'ਚ ਰੋਟੀ ਨਹੀਂ ਪੱਕਦੀ। ਔਰ ਉਹਨਾਂ ਨੂੰ ਲੜਾਈ ਕਿਵੇਂ ਲੜੀ ਜਾਊਗੀ? ਉਹਨਾਂ ਦੀ ਲੜਾਈ ਫਿਰ ਜਿਹੜੇ ਢੰਗ ਨਾਲ ਮੈਂ ਲੜ ਰਿਹਾ ਇਸੇ ਢੰਗ ਨਾਲ ਲੜੀ ਜਾਊਗੀ। ਇੱਕ ਲਾਸਟ ਇੰਨਾ ਕੁ ਦੱਸੋ ਕਿ ਇਹ ਜਿਹੜਾ ਪੂਰਾ ਸਫ਼ਰ ਜੇ ਕਹੀਏ ਕਿ ਉਹੀ ਗੱਲ ਜਿਵੇਂ ਮੈਂ ਥੋੜਾ ਕਹਿੰਦਾ ਸੀ ਮੈਂ ਵਿਲਨ ਤੋਂ ਹੀਰੋ ਤੱਕ ਦਾ, ਡਾਕੂ ਤੋਂ ਆਮ ਪੁੱਤੋ ਤੱਕ ਦਾ, ਅੱਜ ਜਦੋਂ ਸੋਚਦੇ ਹੋ ਫਾਈਨਲੀ ਕੀ ਲੱਗਦਾ ਜੋ ਕੀਤਾ ਉਹ ਗਲਤ ਹੋ ਗਿਆ ਜਾਂ ਸਮੇਂ ਦਰ ਸਮੇਂ ਚੀਜ਼ਾਂ ਬਦਲਦੀਆਂ ਰਹੀਆਂ ਪਰ ਉਹ ਠੀਕ ਸੀ? ਤੁਸੀਂ ਕੀ ਸਮਝਦੇ ਹੋ ਆਪਦੀ ਜ਼ਿੰਦਗੀ ਦਾ ਸਾਰਾ ਹਿੱਸੇ ਨੂੰ? ਨਹੀਂ, ਜੋ ਮਤਲਬ ਜਿਹੜਾ ਬੀਤਿਆ ਵਕਤ ਤਾਂ ਵਾਪਸ ਨਹੀਂ ਆਉਂਦਾ ਹੈਗਾ। ਜਾਣੀ ਵੈਸੇ ਤਾਂ ਇਹ ਕਹਾਵਤ ਹੈ ਵੀ ਜਿਹੜਾ ਆਪਾਂ ਆਮ ਤੌਰ 'ਤੇ ਜਾਣੀ ਕਿ ਚੱਲ ਆਪਣੇ ਸਮਾਜ ਕੀ ਚੱਲਦਾ, ਜਾਂ ਤਾਂ ਅਸੀਂ ਪਾਸਟ ਜਿਉਣੇ ਜਾਂ ਅਸੀਂ ਫਿਊਚਰ ਬਾਰੇ ਚਿੰਤਤ ਰਹਿੰਦੇ। ਪ੍ਰੈਜੈਂਟ ਕੋਈ ਨਹੀਂ ਜਿਉਂਦਾ ਹੈਗਾ। ਪ੍ਰੈਜੈਂਟ ਜਿਉਂ ਰਿਹਾ ਨਹੀਂ ਮੈਂ, ਜਿਹੜਾ ਬੀਤ ਗਿਆ ਉਹ ਤਾਂ ਮੈਨੂੰ ਕੰਮ ਨਹੀਂ ਗਾ, ਅਤੇ ਜਿਹੜਾ ਆਉਣ ਵਾਲਾ ਉਹਦੀ ਬੜੀ ਚਿੰਤਾ ਨਹੀਂ ਕੀ ਹੋਊਗਾ। ਜਿਹੜੀ ਹਾਂ ਮਤਲਬ ਮੈਂ ਇਹ ਨਹੀਂ ਸੋਚ ਕੇ ਆਇਆ ਕਿ ਮੈਂ ਕੋਈ ਮਿਨਿਸਟਰ ਬਣਨਾ, ਇਹ ਸੋਚ ਕੇ ਨਹੀਂ ਆਇਆ ਹੈਗਾ ਮੈਂ ਕੋਈ ਇਲੈਕਸ਼ਨ ਲੜਨੇ। ਮੈਂ ਇਹ ਸੋਚ ਕੇ ਆਇਆ ਮੈਨੂੰ ਚੰਗਾ ਲੱਗਿਆ। ਯਾਨੀ ਕਿ ਜਿਹੜੇ ਦਲਿਤ ਪਰਿਵਾਰ ਨੇ ਤਾਮਕੋਟ ਪਿੰਡ ਦੇ 80-90 ਘਰ ਮੈਂ ਜਾ ਕੇ ਮਿਲ ਕੇ ਆਇਆ। ਮੇਰੇ ਕੋਲ ਫੋਟੋਆਂ ਨੇ, ਰਿਕਾਰਡਿੰਗ ਹੈ, ਅਤੇ ਮੈਂ ਵੀਡੀਓਗ੍ਰਾਫੀ ਵੀ ਕਰਦਾ ਰਿਹਾ ਥੋੜ੍ਹਾ ਚਿਰ। ਅਤੇ ਉਹ ਕੀ ਹੈ ਬੰਦੇ ਇੰਨੇ ਖੁਸ਼ ਨੇ ਵੀ ਯਾਰ ਸਾਡੀਆਂ ਛੱਤਾਂ ਪੱਕੀਆਂ ਹੋ ਗਈਆਂ। ਕਿਹਨੇ ਕੀਤੀਆਂ? ਮੋਦੀ ਸਾਹਿਬ ਨੇ, BJP ਨੇ। ਔਰ ਇੰਨੇ ਖੁਸ਼ ਨੇ ਕਹਿੰਦੇ ਸਾਡੀ ਜੋ ਜਾਨ ਚਲੀ ਜਾਵੇ ਅਸੀਂ ਨਹੀਂ ਛੱਡ ਸਕਦੇ। ਹੋਰ ਬੜੇ ਨੇਗੇ ਨਨਕਾਣਾ ਸਾਹਿਬ ਰਸਤਾ ਪਰੋਜਿਤ ਰਸਤਾ ਕਰਦੇ ਸੀ, ਖੁੱਲ੍ਹ ਗਿਆ, ਮੈਨੂੰ ਚੰਗੀ ਲੱਗੀ ਗੱਲ। ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦੇਣ ਦਾ ਮੁੱਦਾ ਮਿਲੀ ਹੈ, ਕੌਣ ਕਹਿੰਦਾ ਨਹੀਂ। ਮਤਲਬ ਇਸ ਤੋਂ ਇਲਾਵਾ ਹੋਰ ਵੀ ਜਾਣੀ ਕਿ ਜਿਹੜਾ ਦ੍ਰਿੜ ਇਰਾਦਾ ਹੁੰਦਾ, ਜਿਹਨੇ ਮੈਂ ਕਹਿੰਦਾ ਵੀ ਜੰਮੂ ਕਸ਼ਮੀਰ ਦੇ ਵਿੱਚ ਜਿਹਨੇ ਮੇਰਾ ਭਾਈ ਸੀ ਉੱਥੇ ਤੇ ਗੋਲੀ ਲੱਗਣੀ ਸੀਗੀ। ਵੜਿੰਗ ਪਿੰਡ ਦਾ ਮੁੰਡਾ ਜਾਣੀ ਕਿ ਨਾਲ ਫੌਜੀ ਸੀਗਾ, ਐਂ ਇੱਕ ਕਦਮ ਅੱਗੇ ਸੀਗਾ, ਉਹ ਵੀ ਛੋਟਾ ਭਾਈ ਮੇਰਾ ਫੌਜ ਸੀਗਾ, ਉਹਦੀ ਡੈਡ ਬੋਡੀ ਲੈ ਕੇ ਆਏ ਸੀ, ਉੱਥੇ ਪੁੱਤ ਲੱਗਿਆ ਹੈ। ਕਿੰਨੇ ਫੌਜੀਆਂ ਦੀਆਂ ਲਾਸ਼ਾਂ ਆਪਾਂ ਹਰ ਪੰਜਾਬ 'ਚ ਆਉਂਦੇ ਦੇਖਦੇ ਸੀਗੇ। ਅਤੇ ਪਰ ਉਹ ਰੁਕ ਗਿਆ ਕੰਮ ਥੋੜ੍ਹਾ। ਕਿਸੇ ਦੇ ਕੀ ਵਿਚਾਰ ਨੇ ਵੀ ਇੱਕ ਦ੍ਰਿੜ ਇਰਾਦੇ ਨਾਲ ਹੋਇਆ ਨਾ, ਦ੍ਰਿੜ ਇੱਛਾ ਨਾਲ ਹੋਇਆ ਨਾ, ਹੁਣ ਤੱਕ ਨਹੀਂ ਹੋ ਸਕਿਆ ਸੀਗਾ। ਸੋ ਐਂ ਯਾਨੀ ਕਿ ਹੋਰ ਕਿੰਨੀਆਂ ਗੱਲਾਂ ਇਹੋ ਜਿਹੀਆਂ ਹੈਗੀਆਂ ਨੇ, ਕਿੰਨੇ ਮਸਲੇ ਇਹੋ ਜਿਹੇ ਹੈਗੇ ਜਿਹੜੇ ਮਤਲਬ ਹੱਲ ਕੀਤੇ ਗਏ ਆ। ਇੱਕ ਕਿਸਾਨ ਘੋਲ ਦਾ ਜਿਹੜਾ ਮਾਮਲਾ ਹੈਗਾ, ਕੋਈ ਕੈਕਟ ਦਾ ਮਾਮਲਾ ਹੈ, ਉੱਥੇ ਵਿਰੋਧ ਹੈ ਵੀ ਆਪਾਂ ਸਾਰਾ ਕੁਝ ਨਕਾਰ ਦਈਏ, ਇਹ ਗੱਲ ਸਹੀ ਨਹੀਂ। ਇਸ ਕਰਕੇ ਮੈਂ BJP ਪਾਰਟੀ ਨੂੰ ਬਣਾਇਆ ਵੀ ਉਹਦੇ 'ਚ ਕਿੰਨਾ ਹੀ ਚੰਗਾ ਦੁਨੀਆ ਦੇਖਦੀ ਹੈ ਨੈਗੇਟਿਵ ਪਾਸਾ। 100 ਗੱਲ ਚੰਗੀ ਕਰ ਦਿਓ। ਸੁਖਪਾਲ ਨੇ ਹਜ਼ਾਰਾਂ ਗੱਲਾਂ ਕੀਤੀਆਂ, ਆਪਦੀ ਜ਼ਿੰਦਗੀ ਗਲਾਤੀ, ਜਵਾਨੀ ਲਾਤੀ, 40 ਸਾਲ ਲਾਤੇ। ਇੱਕ ਗੱਲ ਮੇਰੇ ਤੋਂ ਗਲਤੀ ਹੋਈ, ਔਰ ਗਲਤੀ ਸਿਆਸੀ ਨਹੀਂ। ਮੇਰਾ ਬੇਟਾ ਮੇਰੇ ਕੋਲ ਬੈਠਾ ਹੈ, ਸਾਰੀ ਦੁਨੀਆ ਨੂੰ ਪਤਾ ਹੈ ਕਿ ਮੇਰੇ ਦਫ਼ਤਰ 'ਚ ਇੱਕ ਔਰਤ ਸੀਗੀ ਦਲਿਤ ਜੀਤ ਕੌਰ, ਵਿਧਵਾ ਔਰਤ ਸੀ, 2 ਵਾਰੀ ਵਿਧਵਾ ਹੋਈ ਸੀਗੀ। ਮੈਂ ਜ਼ੁਲਮ ਬਰਦਾਸ਼ਤ ਨਹੀਂ ਕਰ ਸਕਦਾ ਸੀਗਾ। ਉਸ ਔਰਤ ਨੂੰ ਮੇਰੇ ਅਧਿਕਾਰੀ ਕੁਲਦੀਪ ਵਰਮਾ ਜਿਹੜੇ ਕਰੈਕਟਰਲੈਸ ਅਧਿਕਾਰੀ ਸੀ, ਜਿਹਨਾਂ ਨੂੰ ਬੰਨ੍ਹ ਕੇ ਬਠਿੰਡੇ ਦੇ ਲੋਕਾਂ ਨੇ ਕੁੱਟਿਆ ਸੀਗਾ, ਉਹ ਚਾਹੁੰਦੇ ਸੀ ਕਿ ਮੇਰੇ ਘਰ ਜਾ ਕੇ ਮੇਰਾ ਬਿਸਤਰਾ ਵਿਛਾ ਕੇ ਆਵੇ, ਮੇਰਾ ਪਾਣੀ ਭਰ ਕੇ ਆਵੇ। ਮੈਂ ਕਿਹਾ ਨਹੀਂ, ਇਹ ਨਹੀਂ ਸਕਦਾ, ਇਹ ਸਰਕਾਰੀ ਮੁਲਾਜ਼ਮ ਹੈ। ਔਰ ਉਹਦੀ ਐਬਸੈਂਟ ਲਾਤੀ। ਬਾਬੂ ਸਿੰਘ ਬਰਾੜ ਐਕਸ਼ਨ ਸੀਗਾ ਮੁਕਤਸਰ, ਕਹਿੰਦੇ ਵੀ ਹਾਈ ਰੇਟ ਕਰ ਲੈ ਕੇ ਆ ਜਾ। ਉਹ ਕੀ ਹੋਇਆ ਜੀ, ਨਹੀਂ ਮੇਰਾ ਉਹਨਾਂ ਨੇ ਨਾਂ ਜੋੜਤਾ ਉਹਦੇ ਨਾਲ। ਅਖੀਰ ਤੇ ਮੈਂ ਉੱਥੇ ਝਟਕਾ ਬੁੱਧੀ ਵਰਤੀ, ਸਿਆਸੀ ਨਹੀਂ ਸੀਗਾ ਮੈਂ, ਤੇ ਗੱਲ 'ਚ ਹਾਰ ਪਤਾ। ਮੈਂ ਕਿਹਾ ਚੱਕੋ, ਮੇਰੀ ਪਤਨੀ ਹੈ। ਅੱਛਾ, 2 ਪਤਨੀਆਂ ਹੋ ਗਈਆਂ ਮੇਰੀਆਂ। ਮੈਂ ਕਿਹਾ ਦੱਸੋ। ਉਸ ਗੱਲ ਨੇ ਯਾਨੀ ਕਿ ਇੱਥੋਂ ਤੱਕ ਮੈਨੂੰ ਪਹੁੰਚਾਇਆ, ਕਿਉਂਕਿ ਉਸ ਜਿਹੜੀ ਮੇਰਾ ਗ੍ਰਾਹਾਂ ਗਰੁੱਪ ਸੀਗਾ ਉਹਨੇ ਗੱਲ ਨੂੰ ਪ੍ਰਵਾਨਿੰਗ ਨਹੀਂ ਕੀਤੀ ਗਈ, ਪਰਿਵਾਰ ਨੇ ਨਹੀਂ ਪ੍ਰਵਾਨਿੰਗ ਕੀਤੀ। ਚਲੋ ਬੇਟਾ ਮੇਰੇ ਨਾਲ ਹੁਣ ਹੌਲੀ ਗੱਲ ਸਮਝ ਆਈ। ਹੁਣ ਮੈਂ ਵੈਸੇ ਉਹ ਕੁਦਰਤੀ ਹੋਇਆ ਵੀ ਕੋਰਟ ਨੇ ਜਦੋਂ ਮੈਂ ਉਹ ਰੱਦ ਕਰਤੀ ਮੈਰਿਜ, ਕਹਿੰਦੇ ਵੀ ਲੀਗਲ ਨਹੀਂ ਸੀਗੀ, ਥੋੜ੍ਹੀ ਉਹ 'ਚ ਫਰਕ ਰਹਿ ਗਿਆ ਸੀ। ਮੈਂ ਲੀਗਲ ਮੈਰਿਜ ਕਰ ਲਈ ਸੀ। ਅੱਛਾ, ਅਤੇ ਉਸ ਗੱਲ ਨੇ ਮੈਨੂੰ ਨੈਗੇਟਿਵ ਕਰਤਾ ਯਾਨੀ ਕਿ। ਪਰ ਉਹ ਪਿੱਛੇ ਕਾਰਨ ਕੀ ਸੀਗੇ, ਜਿਹਨੇ ਕਿ ਮੇਰਾ ਅਸਲ 'ਚ ਉਦੋਂ ਮੈਂ ਸਿਆਸਤ ਹੈ ਨਹੀਂ ਸੀਗਾ, ਸਿਆਸਤ ਨਹੀਂ ਸੀ। ਹਾਂ, ਵੀ ਉਹ ਬੱਚੇ ਨੂੰ ਪਾਲਿਆ, ਉਹ ਇਹ ਮੇਰਾ ਯਾਨੀ ਕਿ ਬੇਟਾ ਸੀਗਾ, ਇਹਨੂੰ ਵੀ ਇਹ ਤਾਂ ਚਲ ਪਰਵਰਿਸ਼ ਕੀਤੀ ਹੈ। ਸੌਫਟਵੇਅਰ ਇੰਜੀਨੀਅਰ ਬਣਿਆ, ਦਿੱਲੀ ਪਹੁੰਚਿਆ। ਉਹ ਇੱਕ ਯਾਨੀ ਕਿ ਪੇਟ ਦੇ ਵਿੱਚ ਸੀ 7 ਸਾਲ ਦਾ ਸਵਾਂ ਸੀਗਾ, ਅਤੇ ਉਹਦੇ ਫਾਦਰ ਦੀ ਡੈਥ ਹੋ ਗਈ ਸੀਗੀ। ਅਤੇ ਪਹਿਲਾਂ 2 ਵਾਰੀ ਵਿਧਵਾ ਹੋਈ ਸੀ। ਇੱਕ ਔਰਤ ਜਿਹੜੀ ਸੀ ਪੀੜਤ ਔਰਤ ਸੀਗੀ। ਉਹ ਬਸ ਅਧਿਕਾਰੀਆਂ ਦੇ ਜ਼ੁਲਮ ਤੋਂ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਤੇ ਉਹਦੇ ਨਾਲ ਮੇਰਾ ਨਾਂ ਜੁੜ ਗਿਆ। ਆਪਾਂ ਪੋਸਟਰ ਛਾਪ ਕੇ ਲਾਤੇ, ਮੇਰੇ ਇਸ਼ਤਿਹਾਰ ਲਾਤੇ, ਮੇਰੇ ਅਖਬਾਰਾਂ 'ਚ ਕੱਢਤਾ ਵੀ ਇਹ ਬੰਦਾ ਗਲਤ ਹੈ ਜੀ। ਮੇਰੇ ਪਰਿਵਾਰ 'ਚ ਚਲਾ ਗਿਆ। ਅਖੀਰ 'ਤੇ ਮੈਂ ਯਾਨੀ ਕਿ ਉਹ ਡਿਫੈਂਸ ਕਰਨ ਦੀ ਬਜਾਏ ਮੇਰੀ ਬਦਲੀ ਕਰਤੀ ਮੈਨੂੰ। ਅਤੇ ਪਹਿਲਾਂ ਉਹਦੀ ਬਦਲੀ ਕੀਤੀ, ਸਸਪੈਂਡ ਕੀਤਾ ਦਿਲਜੀਤ ਕੌਰ ਦੀ, ਸੇਵਾਦਾਰ ਸੀ ਵਿਚਾਰੀ। ਫਿਰ ਮੁੜ ਕੇ ਮੇਰੀ ਬਦਲੀ ਕਰਤੀ ਫਿਰੋਜ਼ਪੁਰ ਦੀ। ਮੈਨੂੰ ਹਾਈ ਕੋਰਟ ਨੇ ਸਟੇ ਕਰਤਾ। ਫਿਰ ਕਹਿੰਦੇ ਵੀ ਇਹਦਾ ਉੱਥੇ ਕੋਲੇ ਬੈਠਣ ਦਾ ਮਾਰਾ। ਮੈਂ ਕਿਹਾ ਵੀ ਇਹੋ ਜਿਹਾ ਮਾਮਲਾ ਨਹੀਂ ਸੀ, ਐਕਚੁਅਲੀ ਨਹੀਂ ਸੀਗਾ। ਕੁੱਲ ਮਿਲਾ ਕੇ ਚਲੋ ਅੱਜ ਤੁਸੀਂ ਇਹ ਚੀਜ਼ਾਂ ਸੋਚ ਰਹੇ ਹੋਗੇ ਤੇ ਕਿਹਾ ਜਾ ਸਕਦਾ ਕਿ ਸੁਖਪਾਲ ਬਰਾੜ ਦਾ ਇੱਕ ਪੂਰਾ ਸਫ਼ਰ ਜਿਵੇਂ ਦਿਖਾਉਣ ਦਾ ਸਾਡਾ ਮਕਸਦ ਵੀ ਇਹੀ ਸੀਗਾ ਕਿ ਆਖਰਕਾਰ ਉਸ ਸਮੇਂ ਦੇ ਜੇ ਕਹੀਏ ਕਿ ਚੰਗੇ ਤੇ ਮਾੜੇ ਸਾਰੇ ਰਲਵੇਂ ਮਿਲਵੇਂ ਦੌਰਾਂ ਤੋਂ ਬਾਅਦ ਅੱਜ ਇੱਕ ਆਪਦੀ ਨਵੀਂ ਸ਼ੁਰੂਆਤ ਕਰਨ ਲੱਗੇ ਨੇ। ਖੈਰ ਹੁਣ ਵੀ ਜੇ ਕਹੀਏ ਕਿ ਘੱਟ ਸੰਘਰਸ਼ ਭਰਿਆ ਨਹੀਂ, ਕਿਉਂਕਿ BJP ਦੇ ਲੀਡਰ ਜਿੱਤੇ ਜਾਂਦੇ ਨੇ, ਘਰਾਵ ਹੁੰਦੇ ਨੇ, ਪਰ ਉਹ ਕਹਿੰਦੇ ਕਿ ਮੈਂ ਪ੍ਰੈਜ਼ੈਂਟ 'ਚ ਜਿਉਣਾ ਤੇ
ਵਹਾਵਾਂ ਦੇ ਉਲਟ ਚੱਲਣਾ ਸਿੱਖਿਆ ਹੈਗਾ ਸ਼ੁਰੂ ਤੋਂ। ਖੈਰ ਦੇਖਦੇ ਹਾਂ ਕਿ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਅੱਗੇ ਇਹਨਾਂ ਦਾ ਪੂਰਾ ਸਿਆਸੀ ਸਫ਼ਰ ਰਹਿੰਦਾ, ਕਿਉਂਕਿ ਸਾਰੀ ਜ਼ਿੰਦਗੀ ਕਹਿੰਦੇ ਮੈਂ ਦੂਜਿਆਂ ਵਾਸਤੇ ਸੋਚਿਆ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।